ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਪੰਜਾਬ ਪੀਸੀਐਸ। ਸੋ ਸਵਾਗਤ ਹੈ ਤੁਹਾਡਾ ਇਹਨਾਂ ਦੋਨਾਂ ਚੈਨਲਾਂ 'ਤੇ। ਰੇਸ ਅਕੈਡਮੀ ਅਫੀਸ਼ੀਅਲ ਵੀ ਆਪਣਾ ਹੀ ਹੈ, ਪੰਜਾਬ ਪੀਸੀਐਸ ਵੀ ਆਪਣਾ। ਸੋ ਪ੍ਰਪੇਅਰ ਫॉर ਪੰਜਾਬ ਸਿਵਲ ਸਰਵਿਸ। ਸੋ ਬਹੁਤ ਵਾਰ ਮੈਨੂੰ ਮੈਸੇਜ ਆਉਂਦੇ ਆ ਕਿ ਸਰ ਇੱਕ ਵਾਰੀ ਪ੍ਰੈਪਰੇਸ਼ਨ ਦਾ ਜਿਹੜਾ ਢੰਗ ਆ ਉਹ ਪਾ ਦਿਓ ਕਿ ਅਸੀਂ ਜੇਕਰ ਜ਼ੀਰੋ ਤੋਂ ਸਟਾਰਟ ਕਰਨਾ ਹੋਵੇ ਤਾਂ ਕਿਵੇਂ ਅਸੀਂ ਪ੍ਰੈਪਰੇਸ਼ਨ ਕਰ ਸਕਦੇ ਹਾਂ। ਅਤੇ ਮੈਂ ਉਹਨਾਂ ਵਾਸਤੇ ਇਹ ਵੀਡੀਓ ਲੈ ਕੇ ਆਇਆਗਾ। ਹੋਪ ਸੋ ਤੁਹਾਡੇ ਵਾਸਤੇ ਵੀਡੀਓ ਜਿਹੜੀ ਬੈਨੀਫੀਸ਼ੀਅਲ ਹੋਊਗੀ। ਸੋ ਹਾਊ ਟੂ ਪ੍ਰਪੇਅਰ ਫॉर ਪੰਜਾਬ ਪੀਸੀਐਸ। ਇਹਦੇ ਵਾਸਤੇ ਜਿਹੜੇ ਕੀ ਪੁਆਇੰਟਸ ਹੋ ਗਏ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਗਾ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਫੋਲੋ ਕਰਕੇ ਤੁਸੀਂ ਪੰਜਾਬ ਸਿਵਲ ਸਰਵਿਸ ਦੀ ਤਿਆਰੀ ਕਰ ਸਕਦੇ ਹੋ ਜਾਂ UPSC ਦੀ ਵੀ ਤਿਆਰੀ ਕਰ ਸਕਦੇ ਹੋ ਬੇਸਿਕਲੀ। ਠੀਕ ਹੈ। ਸੋ ਇਸ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਬੈਲ ਆਈਕਨ ਦਬਾਉਂਦੇ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਸੋ ਚਲੋ ਆਪਾਂ ਕਰਦੇ ਹਾਂ ਸਟਾਰਟ। ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਬਾਕੀ ਜਿੰਨੇ ਵੀ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਉਹਨਾਂ ਨੂੰ ਤੁਸੀਂ ਜੁਆਇਨ ਜ਼ਰੂਰ ਕਰ ਲੈਣਾ, ਚਾਹੇ ਉਹ ਫੇਸਬੁੱਕ ਆ, ਇੰਸਟਾ, ਵੈਬਸਾਈਟ, ਟੈਲੀਗ੍ਰਾਮ, ਜੋ ਵੀ ਹੈ। ਠੀਕ ਹੈ। ਸੋ ਮੇਰੇ ਬਾਰੇ ਜਾਣ ਲਓ। 5 ਸਾਲਾਂ ਦਾ ਐਕਸਪੀਰੀਅੰਸ ਹੈ ਐਂਡ ਅਨਅਕੈਡਮੀ 'ਤੇ ਵਨ ਆਫ ਦਾ ਟੋਪ ਐਜੂਕੇਟਰਸ ਇਨ PPSC ਕੈਟਾਗਰੀ। ਤੁਸੀਂ ਉੱਥੇ ਜਾ ਕੇ ਵੀ ਮੇਰੇ ਫ੍ਰੀ ਲੈਕਚਰਸ ਦੇਖ ਸਕਦੇ ਹੋ। ਅਤੇ ਸਟੱਡੀਡ ਫਰੋਮ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡਾ, ਅਤੇ ਗੋਲਡ ਮੈਡਲਿਸਟ ਸਿੰਗਿੰਗ ਦੇ ਵਿੱਚ ਆ ਗਿਆ ਭਾਈ। ਅਤੇ ਬਾਕੀ ਜਿਹੜੇ ਹੋਰ ਮੇਰੇ 'ਚ ਕਾਬਲੀਅਤ ਹੈਗੀਆਂ ਉਹ ਤੁਹਾਨੂੰ ਦੱਸਤਾ। ਸੋ ਇਹ ਮੇਰੇ ਬਾਰੇ ਆ। ਅਤੇ ਬਾਕੀ ਕੀ ਪੁਆਇੰਟਸ ਦੀ ਆਪਾਂ ਗੱਲ ਕਰਾਂਗੇ। ਜੇਕਰ ਤੁਸੀਂ ਬਿਲਕੁਲ 0 ਪੁਆਇੰਟ ਤੋਂ ਤਾਂ ਤੁਸੀਂ ਪੰਜਾਬ ਸਿਵਲ ਸਰਵਿਸ ਦੀ ਤਿਆਰੀ ਕਿਵੇਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਚੀਜ਼ ਦੱਸਣੀ ਚਾਹੁੰਦਾ ਕਿ ਦੇਖੋ ਲੋਕਡਾਊਨ ਦਾ ਪੀਰੀਅਡ ਚੱਲ ਰਿਹਾ ਤੁਹਾਨੂੰ ਪਤਾ, ਅਤੇ ਇਹ ਟਾਈਮ ਪੀਰੀਅਡ ਆ ਜਿਹੜਾ ਸਭ ਵਾਸਤੇ ਡਿਫੀਕਲਟ ਆ। ਪਰ ਸਟੂਡੈਂਟਸ ਵਾਸਤੇ ਡਿਫੀਕਲਟ ਜ਼ਰੂਰ ਆ, ਬਟ ਜੇਕਰ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਬੈਸਟ ਟਾਈਮ ਤੁਹਾਨੂੰ ਕਦੇ ਨਹੀਂ ਮਿਲ ਸਕਦਾ। ਕਦੇ ਵੀ ਇੰਨਾ ਵਧੀਆ ਜਿਹੜਾ ਟਾਈਮ ਹੈ ਉਹ ਕਦੇ ਪਹਿਲਾਂ ਨਹੀਂ ਆਇਆ, ਪੜ੍ਹਾਈ ਵਾਸਤੇ ਕਹਿ ਰਿਹਾ ਮੈਂ। ਠੀਕ ਹੈ। ਤਾਂ ਤੁਸੀਂ ਸਿਵਲ ਸਰਵਿਸ ਦੀ ਜੇਕਰ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡਾ ਬੈਸਟ ਟਾਈਮ ਹੈ। ਇਹਨੂੰ ਤੁਸੀਂ ਬੈਸਟ ਢੰਗ ਦੇ ਨਾਲ ਯੂਟੀਲਾਈਜ਼ ਕਰ ਸਕਦੇ ਹੋ। ਠੀਕ ਹੈ। ਪੂਰਾ ਪ੍ਰੋਪਰ ਤਰੀਕੇ ਨਾਲ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਹਾਂਗਾ ਉਵੇਂ ਜੇਕਰ ਤੁਸੀਂ ਪੜ੍ਹੋਗੇ ਤਾਂ ਵਧੀਆ ਤੁਸੀਂ ਰੈਂਕ ਵਗੈਰਾ ਵੀ ਲੈ ਸਕਦੇ ਹੋ, ਜਾਂ ਤੁਸੀਂ ਵਧੀਆ ਜੋਬ ਕੋਈ ਵੀ ਲੈ ਸਕਦੇ ਹੋ। ਸਿਵਲ ਸਰਵਿਸ ਦੀ ਤਿਆਰੀ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਸਿਵਲ ਸਰਵਿਸ ਦੀ ਜੋਬ ਲੈਣੀ ਆ। ਹਰੇਕ ਦਾ ਹੋ ਸਕਦਾ ਖੈਰ ਕਿ ਕਿਸੇ ਦਾ ਏਮ ਹੋਵੇ ਕਿ ਮੈਂ ਸਿਵਲ ਸਰਵਿਸ ਦੀ ਹੀ ਜੋਬ ਕਰਨੀ ਹੈ, ਹੋਰ ਕੋਈ ਕਰਨੀ ਨਹੀਂ। ਹੋ ਸਕਦਾ ਐਵੇਂ ਕੋਈ ਹੋਵੇ, ਬਟ ਜੇਕਰ ਤੁਸੀਂ ਸਿਵਲ ਸਰਵਿਸ ਦੀ ਤਿਆਰੀ ਕਰਦੇ ਹੋ ਤਾਂ ਮੈਂ ਇੱਕ ਯਕੀਨ ਦਿਵਾਉਣਾ ਕਿ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਜ਼ਰੂਰ ਮਿਲੂਗਾ, ਯਾਨੀ ਕਿ ਐਸਾ ਕੰਮ ਮਿਲੂਗਾ ਜਿਹੜਾ ਕਿ ਬਹੁਤ ਲੋਕਾਂ ਤੋਂ ਬਿਹਤਰ ਹੋਊਗਾ, ਬਹੁਤ ਲੋਕਾਂ ਤੋਂ ਵਧੀਆ ਹੋਊਗਾ। ਠੀਕ ਹੈ। ਸੋ ਸਿਵਲ ਸਰਵਿਸ ਦੀ ਤਿਆਰੀ ਕਰਨ ਦਾ ਮਤਲਬ ਇਹੀ ਹੈ ਕਿ ਜਿਹੜਾ ਨੋਰਮਲ ਬੱਚਾ ਗਾ ਉਹ ਵੀ ਤਿਆਰੀ ਕਰ ਸਕਦਾ ਗਾ। ਇੱਕ ਹਾਈ ਲੈਵਲ ਦੀ ਤਿਆਰੀ ਜੇਕਰ ਤੁਸੀਂ ਕਰੋਗੇ ਤਾਂ ਲੋ ਲੈਵਲ ਦੇ ਪੇਪਰ ਆ ਜਿਹੜੇ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅਤੇ ਬਹੁਤ ਸੌਖੇ ਢੰਗ ਦੇ ਨਾਲ ਤੁਸੀਂ ਉਹਨਾਂ ਦੇ ਵਿੱਚ ਵੀ ਰੈਂਕ ਪ੍ਰਾਪਤ ਕਰ ਸਕਦੇ ਹੋ। ਕਿਸੇ ਵੀ ਸਬਜੈਕਟ ਦੇ ਵਿੱਚ ਮੁਹਾਰਤ ਹਾਸਲ ਕਰਨੇ ਤੁਸੀਂ ਤਾਂ ਵੀ ਸਿਵਲ ਸਰਵਿਸ ਦੀ ਤਿਆਰੀ ਕਰ ਸਕਦੇ ਹੋ। ਠੀਕ ਹੈ। ਸੋ ਕੀ ਪੁਆਇੰਟਸ, ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਬੇਸਿਕ ਕਨਸੈਪਟ ਆ ਉਹ ਕਲੀਅਰ ਹੋਣੇ ਚਾਹੀਦੇ। ਕਿ ਬੇਸਿਕ ਕਨਸੈਪਟ ਕਲੀਅਰ ਇਨ ਦਾ ਸੈਂਸ ਕੀ ਹੈ ਕਿ ਤੁਹਾਡਾ ਪਹਿਲਾਂ ਜਿਹੜਾ ਬੈਕਗਰਾਊਂਡ ਕੀ ਰਿਹਾ ਗਾ। ਜੇਕਰ ਤੁਸੀਂ ਮੰਨ ਲਓ ਬੈਕਗਰਾਊਂਡ ਮੇਰੇ ਵਰਗੇ ਰਹੇ ਹੋ ਨਲਾਇਕ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਲੀਅਰ ਕਰਨੇ ਪੈਣਗੇ ਆਪਣੇ ਬੇਸਿਕ ਕਨਸੈਪਟ। ਠੀਕ ਹੈ। ਸੋ ਬੇਸਿਕ ਕਨਸੈਪਟ ਦਾ ਮਤਲਬ ਇਹੀ ਆ ਵੀ 6ਵੀਂ ਤੋਂ ਲੱਗ ਜਾਓ ਜਾਂ 8ਵੀਂ ਤੋਂ ਲੱਗ ਸਕਦੇ ਹੋ। 6ਵੀਂ ਤੋਂ ਨਹੀਂ ਲੱਗਣਾ ਤਾਂ 6ਵੀਂ ਲੱਗ ਜਾਓ ਤਾਂ ਉਹ ਵੀ ਵਧੀਆ ਹੈਗਾ। ਤਾਂ 8ਵੀਂ ਤੋਂ ਲੈ ਕੇ 12ਵੀਂ ਤੱਕ ਤੁਸੀਂ ਜਿੰਨੀਆਂ ਵੀ ਯਾਨੀ ਕਿ ਬੁੱਕਸ ਹੈ ਉਹਨਾਂ ਨੂੰ ਪੜ੍ਹ ਲੈਣਾ, ਚਾਹੇ ਉਹ NCERT ਹੋ ਗਿਆ, ਚਾਹੇ ਪੰਜਾਬ ਬੋਰਡ ਦੀ ਬੁੱਕ ਹੋ ਗਈ। ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ। ਜੇਕਰ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਨਾਗੇ ਤਾਂ ਪੰਜਾਬ ਬੋਰਡ ਦੀਆਂ ਬੈਸਟ ਰਹਿਣਗੀਆਂ, ਓਬਵੀਅਸਲੀ ਗੱਲ ਹੈ। ਅਤੇ ਜੇਕਰ ਤੁਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹ ਸਕਦੇ ਹੋ ਜਾਂ ਤੁਹਾਨੂੰ ਸੌਖਾ ਲੱਗਦਾ ਇੰਗਲਿਸ਼ ਮੀਡੀਅਮ ਦੇ ਵਿੱਚ ਤਾਂ ਤੁਸੀਂ ਫਿਰ NCERT ਬੁੱਕਸ ਫੋਲੋ ਕਰਨੀਆਂ। ਤਾਂ ਸਭ ਤੋਂ ਪਹਿਲਾਂ ਬੇਸਿਕ ਕਨਸੈਪਟ ਕਲੀਅਰ ਕਰਨਾ, ਯਾਨੀ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਉਹਨੂੰ ਯਾਨੀ ਕਿ ਇੱਕ ਆਪਣਾ ਇੱਕ ਕੀ ਕਹਿੰਦੇ ਹੁੰਦੇ ਉਹਨੂੰ ਡੇਲੀ ਰੂਟੀਨ ਬਣਾ ਲਓ ਕਿ ਤੁਸੀਂ ਹਰ ਰੋਜ਼ ਇੱਕ ਚੈਪਟਰ ਜਾਂ 2 ਚੈਪਟਰ ਜਾਂ 3 ਚੈਪਟਰ ਪੜ੍ਹਨੇ ਹੀ ਪੜ੍ਹਨੇ ਆ, ਕਿਉਂਕਿ 2-2 3-3 ਪੇਜਾਂ ਦੀ ਹੁੰਦੇ ਆ। ਤੁਸੀਂ ਇੱਕ ਯਾਨੀ ਕਿ ਜਿਹੜੀ ਇੱਕ ਬੁੱਕ ਆ 6ਵੀਂ ਦੀ ਉਹਨੂੰ ਮੇਰੇ ਹਿਸਾਬ ਨਾਲ ਪੂਰੇ ਦਿਨ ਦੇ ਵਿੱਚ ਵੀ ਨਿਬੇੜ ਸਕਦੇ ਹੋ ਜਾਂ 2 ਜਾਂ 3 ਦਿਨਾਂ ਦੇ ਵਿੱਚ ਖਤਮ ਕਰ ਸਕਦੇ ਹੋ। ਇੰਨੀ ਕੁ ਛੋਟੀ ਹੁੰਦੀ ਆ ਬੁੱਕ ਉਹ। ਠੀਕ ਹੈ। ਸੋ ਬਹੁਤ ਸੌਖੇ ਢੰਗ ਦੇ ਨਾਲ ਤੁਸੀਂ ਉਹ ਆਪਣੇ ਬੇਸਿਕ ਕਲੀਅਰ ਕਰ ਸਕਦੇ ਹੋ। ਉਹਨਾਂ ਨੂੰ ਯਾਦ ਨਹੀਂ ਕਰਨਾ, ਉਹਨਾਂ ਨੂੰ ਪੜ੍ਹਨਾ ਹੈਗਾ ਬਸ। ਤੁਹਾਨੂੰ ਐਂ ਲੱਗੇ ਕਿ ਜਦੋਂ ਆਪਾਂ ਐਡਵਾਂਸ ਲੈਵਲ 'ਤੇ ਜਾਵਾਂਗੇ ਤਾਂ ਤੁਹਾਡਾ ਜਿਹੜਾ ਬੇਸਿਕ ਆ ਉਹ ਤੁਹਾਨੂੰ ਯਾਦ ਆ ਜੇ, ਤੁਹਾਨੂੰ ਐਂ ਪਤਾ ਲੱਗ ਜੇ ਕਿ ਹਾਂ ਮੈਂ ਇਹਦੇ ਬਾਰੇ ਜਾਣਦਾ ਕੁਛ। ਠੀਕ ਹੈ ਨਾ। ਕਈ ਵਾਰੀ ਜਿਵੇਂ ਹੁਣ ਮੈਂ ਇੱਕ ਸੌਖੀ ਜਿਹੀ ਐਗਜ਼ਾਮਪਲ ਲੈ ਲੈਣਾ, ਮੰਨ ਲਓ ਮੈਂ ਪ੍ਰੈਜ਼ੀਡੈਂਟ ਦੀ ਐਗਜ਼ਾਮਪਲ ਲੈ ਲਈ। ਹੁਣ ਤੁਸੀਂ ਪ੍ਰੈਜ਼ੀਡੈਂਟ ਵਾਲੇ ਮੰਨ ਲਓ ਕਦੇ ਵੀ ਕੁਛ ਨਹੀਂ ਪੜ੍ਹਿਆ, ਠੀਕ ਹੈ ਨਾ। ਜੇ ਤੁਸੀਂ ਮੰਨ ਲਓ ਮਾੜਾ ਮੋਟਾ ਪ੍ਰੈਜ਼ੀਡੈਂਟ ਬਾਰੇ ਜਾਣਦੇ ਹੋਗੇ ਤਾਂ ਤੁਹਾਨੂੰ ਐਡਵਾਂਸ ਲੈਵਲ ਤੱਕ ਜਾਣ ਦੀ ਯਾਨੀ ਕਿ ਆਸਾਨੀ ਹੋ ਜਾਊ ਉਹਦੇ ਵਿੱਚ ਜਾਣ ਵਾਸਤੇ। ਇਸੇ ਕਰਕੇ ਜਿਹੜੀਆਂ ਛੋਟੀਆਂ ਕਲਾਸਾਂ ਹੈਗੀਆਂ ਕਿਉਂਕਿ ਉਹ 'ਤੇ ਬਹੁਤ ਨਿੱਕੇ ਚੀਜ਼ਾਂ ਦੱਸੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਡਾਇਰੈਕਟ ਸਿਵਲ ਸਰਵਿਸ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਹੈਗੀਆਂ। ਆਪਾਂ ਉਹ ਆਪਣੇ ਵਾਸਤੇ ਉਹ ਵੱਡੀਆਂ ਤਾਂ ਬਣ ਜਾਂਦੀਆਂ ਕਿਉਂਕਿ ਆਪਾਂ ਪੜ੍ਹਿਆ ਨਹੀਂ ਹੁੰਦਾ ਗਾ। ਤਾਂ ਸਭ ਤੋਂ ਪਹਿਲਾਂ ਛੋਟੀਆਂ ਕਿਤਾਬਾਂ ਚੱਕੋ। ਠੀਕ ਹੈ। ਉਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਪੜ੍ਹ ਸਕਦੇ ਹੋ। ਵੈਬਸਾਈਟ ਹੈ NCERT, ਤੁਹਾਨੂੰ PDF ਔਨਲਾਈਨ ਮਿਲ ਜਾਣਗੇ ਬਥੇਰੇ ਥਾਵਾਂ 'ਤੇ, ਸੋਰਸ ਹੁੰਦੇ ਹੈਗੇ। ਨਹੀਂ ਤੁਹਾਡੇ NCERT ਜਿਹੜੀ ਕੰਪਾਈਲ ਕਰਕੇ PDF ਮਿਲ ਜਾਂਦੀਆਂ ਹੈਗੀਆਂ। ਜਾਂ ਜਿਹੜੀ ਜੇਕਰ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਬੋਰਡ ਦੀ ਗੱਲ ਕਰਦੇ ਹੋ ਤਾਂ PSEB ਦੀ ਸਾਈਟ 'ਤੇ ਜਾ ਕੇ ਤੁਸੀਂ ਸਾਰੀਆਂ ਜਿਹੜੀਆਂ ਕਿਤਾਬਾਂ ਗੀਆਂ ਉਹ PDF ਫਾਰਮ ਦੇ ਵਿੱਚ ਲੈ ਸਕਦੇ ਹੋ, ਉੱਥੋਂ ਜਾ ਕੇ ਪੜ੍ਹ ਸਕਦੇ ਹੋ। ਠੀਕ ਹੈ। ਸੋ ਯਾਨੀ ਕਿ ਇਹ ਤਾਂ ਫ੍ਰੀ ਵਾਲਾ ਕੰਮ ਹੈ। ਇਹ ਤਾਂ ਤੁਸੀਂ
ਆਪਣਾ ਡਾਊਨਲੋਡ ਕਰਨਾ ਗਾ ਪੀਡੀਐਫਸ ਨੂੰ, ਤੇ ਤੁਸੀਂ ਅਵੇਲੇਬਲ ਹੋ ਜਾਓਗੇ ਇੱਕ ਬੇਸਿਕ ਕਨਸੈਪਟ ਨੂੰ ਤਿਆਰ ਕਰਨ ਵਾਸਤੇ, ਰਾਈਟ। ਸੋ ਬੇਸਿਕ ਕਨਸੈਪਟ ਤਿਆਰ ਕਰਨ ਦਾ ਮਤਲਬ ਇਹੀ ਆ ਵੀ ਤੁਹਾਡੇ ਕੋਲੇ ਹਫਤਾ ਜਾਂ ਵੱਧ ਤੋਂ ਵੱਧ 10 ਦਿਨ ਹੈ, ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਗੋ ਥਰੂ ਹੋ ਜਾਣਾਗਾ ਜਿੰਨੇ ਵੀ ਬੇਸਿਕ ਕਨਸੈਪਟ। ਉਸ ਤੋਂ ਬਾਅਦ ਐਡਵਾਂਸ ਲੈਵਲ ਦੀ ਗੱਲ ਆ ਜਾਂਦੀ ਹੈ। ਐਡਵਾਂਸ ਲੈਵਲ ਦੇ ਵਿੱਚ ਫਿਰ ਕਿਤਾਬਾਂ ਆ ਜਾਂਦੀਆਂ ਵੀ ਜਿਵੇਂ ਆਪਾਂ ਪੋਲਿਟੀ ਵਾਸਤੇ ਲਕਸ਼ਮੀਕਾਂਤ ਕਹਿਤੀ, ਠੀਕ ਹੈ, ਜਾਂ ਫਿਰ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਮੀਡੀਵਲ ਇੰਡੀਆ ਵਾਸਤੇ ਸਤੀਸ਼ ਚੰਦਰਾ ਆ ਗਈ, ਆਰ ਐਸ ਸ਼ਰਮਾ ਆ ਗਈ ਐਂਸ਼ੀਐਂਟ ਇੰਡੀਆ ਵਾਸਤੇ, ਸਪੈਕਟਰਮ ਹੋ ਗਈ ਮਾਡਰਨ ਇੰਡੀਆ ਵਾਸਤੇ, ਠੀਕ ਹੈ। ਤਾਂ ਫਿਰ ਅਲੱਗ-ਅਲੱਗ ਕਿਤਾਬਾਂ ਆਉਂਦੀਆਂ, ਜਦੋਂ ਤੁਸੀਂ ਉਹਨਾਂ ਪਰਟੀਕੂਲਰ ਕਿਤਾਬਾਂ ਨੂੰ ਪੜ੍ਹੋਗੇ, ਇਕੋਨਮੀ ਵਾਸਤੇ ਅੱਡ ਹੈ, ਠੀਕ ਹੈ ਨਾ, ਅਤੇ ਜਦੋਂ ਤੁਸੀਂ ਉਹਨਾਂ ਕਿਤਾਬਾਂ ਨੂੰ ਪੜ੍ਹੋਗੇ ਤਾਂ ਫਿਰ ਉਹ ਐਡਵਾਂਸ ਲੈਵਲ ਦੀ ਤੁਹਾਨੂੰ ਨੌਲੇਜ ਦਊਗੀ, ਠੀਕ ਹੈ। ਉਹ ਬੇਸਿਕਲੀ ਜਿਵੇਂ ਆਪਾਂ ਕਹਿੰਦੇ ਵੀ PPSC ਵਾਸਤੇ ਜਾਂ UPSC ਵਾਸਤੇ ਇੱਕ ਪਰਟੀਕੂਲਰ ਬੁੱਕਸ ਦਾ ਇੱਕ ਗੱਠਾ ਹੁੰਦਾ ਵੀ ਉਹ ਤੁਹਾਨੂੰ ਲੈਣਾ ਹੀ ਪੈਣਾ ਗਾ। ਜਾਂ ਤੁਸੀਂ ਐਂ ਕਹਿ ਸਕਦੇ ਹੋ ਵੀ ਕਿਸੇ ਪਰਟੀਕੂਲਰ ਕਿਸੇ ਵਧੀਆ ਟੀਚਰ ਕੋਲ ਜਾ ਕੇ ਜੇਕਰ ਤੁਹਾਨੂੰ ਉਹ ਕਲਾਸ ਨੋਟਸ ਵਗੈਰਾ ਪ੍ਰੋਵਾਈਡ ਕਰਵਾਉਂਦੇ ਆ ਤਾਂ ਉਹਦੇ ਤੋਂ ਬਿਹਤਰ ਵੀ ਕੁਛ ਨਹੀਂ ਹੋ ਸਕਦਾ ਗਾ, ਕਿਉਂਕਿ ਸਾਰਾ ਕੁਛ ਲਗਭਗ ਉਹ ਵੀ ਕਵਰ ਕਰ ਹੀ ਦਿੰਦੇ ਆ। ਤਾਂ ਐਡਵਾਂਸ ਲੈਵਲ ਤੁਹਾਨੂੰ ਤਿਆਰੀ ਕਰਨੀ ਜ਼ਰੂਰੀ ਆ, ਕਿਉਂਕਿ ਜਿਹੜੀਆਂ ਬੁੱਕਸ ਆ ਉਹ ਇੰਪੋਰਟੈਂਟ ਬਣਦੀਆਂ ਗੇ। ਇਕੱਲੀਆਂ 6ਵੀਂ ਤੋਂ ਲੈ ਕੇ 12ਵੀਂ ਤੱਕ ਗੱਲ ਨਹੀਂ ਬਣਨੀ, ਉਹ ਸਿਰਫ ਬੇਸਿਕ ਕਨਸੈਪਟ ਆ। ਜੇਕਰ ਤੁਹਾਡੇ ਬੇਸਿਕ ਕਨਸੈਪਟ ਕਲੀਅਰ ਹੋ ਜਾਣਗੇ ਤਾਂ ਐਡਵਾਂਸ ਦੇ ਵਿੱਚ ਸਮਝਣਾ ਸੌਖਾ ਹੋ ਜਾਂਦਾ, ਹੋਰ ਕੋਈ ਗੱਲ ਨਹੀਂ ਹੈਗੀ। ਹੁਣ ਤੁਸੀਂ ਕਹੋਗੇ ਸਰ ਐਡਵਾਂਸ ਲੈਵਲ ਦੀ ਤਿਆਰੀ ਫਿਰ ਕਰੀਏ ਕਿਵੇਂ, ਕਿਹੜੀਆਂ ਬੁੱਕਸ ਆ? ਉਹਨਾਂ ਬੁੱਕਸ ਦਾ ਜਿਹੜਾ ਵੇਰਵਾ ਉਹ ਤੁਹਾਨੂੰ ਮੈਂ ਸਾਰਾ ਦਿੱਤਾ ਹੋਇਆ ਇਸੇ ਚੈਨਲ 'ਤੇ, ਠੀਕ ਹੈ। ਤੁਸੀਂ ਪੰਜਾਬ ਪੀਸੀਐਸ ਦੇ ਚੈਨਲ 'ਤੇ ਜੇਕਰ ਇਸ ਆਡੀਓ ਨੂੰ ਸੁਣ ਰਹੇ ਹੋ ਤਾਂ ਤੁਸੀਂ ਪੰਜਾਬ ਪੀਸੀਐਸ ਦੀ ਪਲੇਲਿਸਟ ਦੇ ਵਿੱਚ ਜਾ ਵੜੋ, ਜਾਂ ਇਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ, ਤੁਹਾਨੂੰ ਉੱਥੇ ਪਤਾ ਲੱਗ ਜੂਗਾ ਵੀ ਕਿਹੜੀਆਂ ਕਿਹੜੀਆਂ ਬੁੱਕਸ ਆ। ਤੁਸੀਂ ਵੀਡੀਓਜ਼ ਦੇਖ ਸਕਦੇ ਹੋ, ਤੁਹਾਨੂੰ ਪਤਾ ਲੱਗ ਜੂਗਾ, ਠੀਕ ਹੈ। ਤਾਂ ਉੱਥੇ ਮੈਂ ਬੁੱਕਸ ਵਗੈਰਾ ਦੱਸੀਆਂ ਹੋਈਆਂ, ਪੰਜਾਬੀ ਮੀਡੀਅਮ ਦੀ ਬੁੱਕ ਵੀ ਦੱਸੀਆਂ ਹੋਈਆਂ, ਇੰਗਲਿਸ਼ ਮੀਡੀਅਮ ਦੀ ਕਿਤਾਬਾਂ ਵੀ ਦੱਸੀਆਂ ਹੋਈਆਂ, ਠੀਕ ਹੈ। ਤੁਸੀਂ ਉਹ ਜਾ ਕੇ ਦੇਖ ਸਕਦੇ ਹੋ। ਹੁਣ ਆਉਂਦੇ ਪ੍ਰੈਕਟਿਸ MCQ। ਪ੍ਰੈਕਟਿਸ MCQ ਦਾ ਮਤਲਬ ਆਪਾਂ ਪ੍ਰੈਕਟਿਸ MCQ ਡੇਲੀ ਬੇਸਿਸ 'ਤੇ ਕਰਨੇ ਆ, ਚਾਹੇ ਤੁਹਾਨੂੰ ਕੋਈ ਆਉਂਦਾ ਚਾਹੇ ਨਹੀਂ ਆਉਂਦਾ। ਮੰਨ ਲਓ ਤੁਸੀਂ ਮੇਕਿੰਗ ਆਫ ਕਨਸਟੀਟਿਊਸ਼ਨ ਪੜ੍ਹ ਲਿਆ, ਮੇਕਿੰਗ ਆਫ ਕਨਸਟੀਟਿਊਸ਼ਨ 'ਤੇ ਕਿੰਨੇ ਕੁਐਸਚਨ ਬਣ ਸਕਦੇ ਆ, ਜਾਂ ਤੁਹਾਡੇ ਮਾਈਂਡ ਦੇ ਵਿੱਚ ਕਿੰਨੇ ਕੁਐਸਚਨ ਬਣਦੇ ਆ, ਜਾਂ ਤੁਹਾਡੇ ਕੋਲ ਜਿਹੜੀ ਬੁੱਕ ਪਈ ਆ ਉਹਦੇ ਵਿੱਚ ਕਿੰਨੇ ਕੁਐਸਚਨ ਆ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਆ। ਪਰ ਡਾਇਰੈਕਟ ਨਹੀਂ, ਸਿੱਧਾ ਪਹਿਲਾਂ ਪੜ੍ਹ ਲਿਓ, ਠੀਕ ਹੈ ਨਾ। ਡਾਇਰੈਕਟ ਤੁਸੀਂ ਤਾਂ ਕਰਿਓ ਜੇਕਰ ਤੁਹਾਡੀ ਬੇਸਿਕ ਕਨਸੈਪਟ ਪਹਿਲਾਂ ਕਲੀਅਰ ਆ, ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਕਿ ਤੁਹਾਨੂੰ ਕਿੰਨਾ ਕੁ ਆਉਂਦਾ ਕਿੰਨਾ ਕੁ ਨਹੀਂ ਆਉਂਦਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਵੀ ਕੋਈ ਟੌਪਿਕ ਤੁਸੀਂ ਪੜ੍ਹਦੇ ਹੋ ਉਹਦੇ ਨਾਲ ਦੀ ਨਾਲ MCQ ਕਰਨੇ ਜ਼ਰੂਰੀ ਹੈ। ਸਭ ਤੋਂ ਮੇਨ ਪੁਆਇੰਟ ਹੁੰਦਾ ਗਾ MCQ ਨੂੰ ਸੋਲਵ ਕਰਨਾ ਬਹੁਤ ਹੀ ਡਿਟੇਲਡ ਮੈਨਰ ਦੇ ਵਿੱਚ। UPSC ਜਾਂ PPSC ਹਮੇਸ਼ਾ ਜਿਹੜੇ ਹੈਗੇ ਆ ਕਨਸੈਪਚੁਅਲ ਕੁਐਸਚਨ ਪੁੱਛਦੀ ਆ, ਫੈਕਟ ਬਹੁਤ ਘੱਟ ਹੁੰਦੇ ਆ। ਹਾਲਾਂਕਿ PPSC ਦੇ ਵਿੱਚ ਫੈਕਟ ਫਿਰ ਵੀ ਜ਼ਿਆਦਾ ਆ ਜਾਂਦੇ, ਬਟ UPSC ਦੇ ਵਿੱਚ ਫੈਕਟ ਬਹੁਤ ਘੱਟ ਹੁੰਦੇ ਆ। ਕਨਸੈਪਚੁਅਲ ਬੇਸਿਸ 'ਤੇ ਕੁਐਸਚਨ ਆਉਂਦੇ, ਯਾਨੀ ਕਿ ਤੁਹਾਡੇ ਕਨਸੈਪਟ ਕਿੰਨੇ ਕਲੀਅਰ ਆ, ਰੱਟਾ ਬਹੁਤ ਘੱਟ ਚੱਲਦਾ ਗਾ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਪ੍ਰੈਕਟਿਸ ਜਦੋਂ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਹੀ ਜਾਣਕਾਰੀ ਹੋਣ ਲੱਗ ਜੂਗੀ ਕਿ ਸਿਵਲ ਸਰਵਿਸ ਆ ਕੀ ਡਿਮਾਂਡ ਕਰਦੀ ਹੈ ਤੁਹਾਡੇ ਮਾਈਂਡ ਤੋਂ, ਕਿ ਕਿਹੋ ਜਿਹੇ ਕੁਐਸਚਨ ਤੁਹਾਨੂੰ ਆਉਣੇ ਚਾਹੀਦੇ ਆ। ਤਾਂ ਜਦੋਂ ਤੁਸੀਂ ਮੰਨ ਲਓ ਮੇਕਿੰਗ ਆਫ ਕਨਸਟੀਟਿਊਸ਼ਨ ਆ, ਜਾਂ ਪ੍ਰੈਜ਼ੀਡੈਂਟ ਆ, ਜਾਂ CM ਆ, ਜਾਂ ਗਵਰਨਰ ਆ, ਜਾਂ ਕੋਈ ਵੀ ਆ, ਤੁਸੀਂ ਜਦੋਂ ਇਹ ਪੜ੍ਹ ਲਿਆ ਤਾਂ ਤੁਹਾਨੂੰ ਨਾਲ ਦੀ ਨਾਲ ਉਹਨਾਂ ਦੇ MCQ ਕਰਨੇ ਪੈਣਗੇ ਜਾਂ ਕਰਨੇ ਚਾਹੀਦੇ ਆ, ਠੀਕ ਹੈ ਨਾ। ਜਦੋਂ ਤੁਸੀਂ ਇਹ ਕਰੋਗੇ ਤਾਂ ਤੁਹਾਡੀ ਇੱਕ ਅਪਰੋਚ ਬਣ ਜੂਗੀ ਡੇਲੀ ਕਿ ਮੈਂ ਟੌਪਿਕ ਪੜ੍ਹ ਲਿਆ ਨਾਲ ਦੀ ਨਾਲ MCQ ਕਰ ਲਿਆ, ਟੌਪਿਕ ਪੜ੍ਹ ਲਿਆ ਨਾਲ ਦੀ ਨਾਲ MCQ ਕਰ ਲਿਆ। ਇੱਕ ਤਾਂ ਤੁਹਾਡੀ ਪ੍ਰੈਕਟਿਸ ਹੋਊਗੀ, ਇੱਕ ਤੁਹਾਨੂੰ ਕਈ ਵਾਰੀ ਕੀ ਹੁੰਦਾ ਗਾ ਆਪਾਂ ਥਿਊਰੀ ਪੜ੍ਹਦੇ ਰਹਿੰਦੇ, ਕਈ ਵਾਰੀ MCQ ਦੇ ਫਾਰਮ ਦੇ ਵਿੱਚ ਆਪਾਂ ਨੂੰ ਨਵੇਂ ਕੁਐਸਚਨ ਮਿਲ ਜਾਂਦੇ, ਥਿਓਰੈਟੀਕਲੀ ਉਹ ਤੁਹਾਨੂੰ ਕਿਤੇ ਵੀ ਨਹੀਂ ਮਿਲਦੇ। ਤਾਂ MCQ ਕਰਨੇ ਇਸੇ ਕਰਕੇ ਹੀ ਜ਼ਰੂਰੀ ਹੈ। ਤਾਂ ਆਹ ਮੇਨ ਕੀ ਪੁਆਇੰਟਸ 3 ਹੈ। ਜੇ ਤੁਸੀਂ ਇਹਨਾਂ ਤਿੰਨਾਂ ਨੂੰ ਹੀ ਯਾਨੀ ਕਿ ਇੱਕ ਤਰ੍ਹਾਂ ਨਾਲ ਕਹਿ ਦਿਓ ਵੀ ਆਪਦੀ ਪੂਰੀ ਡੈਡੀਕੇਸ਼ਨ ਦੇ ਨਾਲ ਫੋਲੋ ਕਰ ਲਓ ਤਾਂ ਮੇਰੇ ਹਿਸਾਬ ਨਾਲ ਤੁਸੀਂ ਪੇਪਰ ਆ ਜਿਹੜਾ ਉਹ ਕਰੈਕ ਕਰ ਸਕਦੇ ਹੋ, ਰਾਈਟ। ਹੁਣ ਉਸ ਤੋਂ ਬਾਅਦ ਜਿਵੇਂ ਮੰਨ ਲਓ ਆਪਾਂ ਕਹਿੰਦੇ ਵੀ ਮੈਨੂੰ ਤਾਂ ਜੀ ਹੁਣ ਆਏ ਨਹੀਂ ਪਤਾ ਵੀ ਮੇਰਾ ਬੇਸਿਕ ਕਲੀਅਰ ਹੈ ਜਾਂ ਨਹੀਂ ਹੈ, ਠੀਕ ਹੈ, ਕਿਉਂਕਿ ਮੈਂ ਕਿਹਾ ਵੀ 6ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹੋ। ਤਾਂ ਹੋ ਸਕਦਾ ਤੁਹਾਨੂੰ ਐਂ ਲੱਗਦਾ ਵੀ ਸ਼ਾਇਦ ਯਾਰ ਕਿਉਂ ਟਾਈਮ ਪਾਸ ਕਰਨਾ ਗਾ, ਵੀ ਆਪਾਂ ਸਿੱਧਾ ਐਡਵਾਂਸ ਲੈਵਲ 'ਤੇ ਜਾਂਦੇ ਹਾਂ, ਸ਼ਾਇਦ ਮੇਰਾ ਬੇਸਿਕ ਕਲੀਅਰ ਹੋਊਗਾ, ਠੀਕ ਹੈ ਨਾ। ਤਾਂ ਤੁਸੀਂ ਆਪਣੇ ਆਪ ਨੂੰ ਚੈੱਕ ਕਰ ਸਕਦੇ ਹੋ। ਚੈੱਕ ਕਿਵੇਂ ਕਰ ਸਕਦੇ ਹੋ? ਮੰਨ ਲਓ ਕੋਈ ਵੀ MCQ ਕੱਢ ਲਿਆ ਤੁਸੀਂ, ਮੈਂ ਵੈਸੇ ਹੀ ਸਰਚ ਮਾਰ ਲਿਆ, ਠੀਕ ਹੈ ਨਾ, UPSC ਪ੍ਰੀਵੀਅਸ ਈਅਰ ਕੁਐਸਚਨਸ, ਠੀਕ ਹੈ, ਗੂਗਲ 'ਤੇ ਸਰਚ ਕਰ ਲਓ, ਤੁਹਾਨੂੰ ਕੁਐਸਚਨਸ ਮਿਲ ਜਾਣਗੇ। ਕਿਹੜਾ ਵੀ ਜਿਹੜਾ ਤੁਹਾਡਾ ਸਬਜੈਕਟ ਫੇਵਰੇਟ ਹੈ, ਚਾਹੇ ਪੋਲਿਟੀ ਹੈ, ਚਾਹੇ ਹਿਸਟਰੀ ਹੈ, ਚਾਹੇ ਜੀਓਗ੍ਰਾਫੀ ਹੈ, ਚਾਹੇ ਕੋਈ ਵੀ ਹੈ, ਠੀਕ ਹੈ ਨਾ। ਤਾਂ ਤੁਸੀਂ ਉਹਨੂੰ ਸਰਚ ਕਰ ਲਿਆ, ਉਹਦੇ MCQ 4-5 ਦੇਖੇ, ਤੁਸੀਂ ਪੜ੍ਹ ਕੇ ਉਹਨੂੰ ਕੁਐਸਚਨ ਆਉਣ ਭਾਵੇਂ ਨਾ ਆਉਣ, ਪਰ ਤੁਸੀਂ ਕੁਐਸਚਨਾਂ ਨੂੰ ਪੜ੍ਹ ਕੇ ਸਮਝ ਰਹੇ ਹੋ, ਤੁਹਾਨੂੰ ਐਂ ਪਤਾ ਲੱਗ ਰਿਹਾ ਕਿ ਹਾਂ ਯਾਰ ਮੈਨੂੰ ਥੋੜ੍ਹਾ ਬਹੁਤ ਤਾਂ ਪਤਾ, ਚਾਹੇ ਗਲਤ ਹੋ ਜੇ ਕੋਈ ਚੱਕਰ ਨਹੀਂ, ਪਰ ਥੋੜ੍ਹਾ ਬਹੁਤ ਜੇ ਪਤਾ ਤਾਂ ਇਹਦਾ ਮਤਲਬ ਠੀਕ ਹੈ, ਤੁਸੀਂ ਬੇਸਿਕ ਲੈਵਲ ਛੱਡ ਸਕਦੇ ਹੋ, ਸਿੱਧਾ ਐਡਵਾਂਸ 'ਤੇ ਜਾ ਸਕਦੇ ਹੋ। ਪਰ ਜੇ ਮੰਨ ਲਓ ਬਿਲਕੁਲ ਹੀ ਜ਼ੀਰੋ, ਠੀਕ ਹੈ ਨਾ, ਪਤਾ ਹੀ ਕੁਛ ਨਹੀਂ, ਫਿਰ ਤਾਂ ਤੁਸੀਂ ਬੇਸਿਕ ਜ਼ਰੂਰ ਪੜ੍ਹਿਓ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ MCQ ਕਰਨ ਲੱਗੋਗੇ ਤਾਂ ਤੁਹਾਨੂੰ ਆਪਣੇ ਆਪ ਵੀਕਨੈਸ ਪਤਾ ਲੱਗੂਗੀ, ਠੀਕ ਹੈ, ਕਿ ਮੇਰੀ ਜੀਓਗ੍ਰਾਫੀ ਦੇ ਵਿੱਚ ਮੈਨੂੰ ਬਿਲਕੁਲ ਹੀ ਨਹੀਂ ਸਮਝ ਲੱਗ ਰਿਹਾ, ਫਿਰ ਉਹਦੀ ਬੇਸਿਕ ਕਿਤਾਬਾਂ ਚੱਕ ਲਓ। ਫਿਰ ਜਾਂ ਪੋਲਿਟੀ ਹੋ ਗਿਆ, ਮੈਨੂੰ ਉਹਦਾ ਬਿਲਕੁਲ ਸਮਝ ਨਹੀਂ ਲੱਗਦਾ, ਉਹਦੀਆਂ ਬੇਸਿਕ ਕਿਤਾਬਾਂ ਚੱਕ ਲਓ, ਠੀਕ ਹੈ ਨਾ। ਤਾਂ ਕਹਿਣ ਦਾ ਮਤਲਬ ਜਦੋਂ ਤੁਸੀਂ ਐਂ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਵੀਕਨੈਸਾਂ ਜਿਹੜੀਆਂ ਤੁਹਾਡੀ ਸਾਹਮਣੇ ਨਿਕਲ ਕੇ ਆਉਣਗੀਆਂ, ਤੁਹਾਡੀਆਂ ਕਮਜ਼ੋਰੀਆਂ, ਤਾਂ ਉਹਨਾਂ ਤੋਂ ਪ੍ਰੈਪਰੇਸ਼ਨ ਆ ਹੋਰ ਤੁਹਾਡੀ ਬੂਸਟ ਹੋ ਸਕਦੀ ਹੈ। ਤੁਸੀਂ
ਤੁਸੀਂ ਆਪ ਹੀ ਮੋਟੀਵੇਟ ਹੋ ਜਾਓਗੇ ਕਿ ਯਾਰ ਮੇਰੀ ਇਹ ਕਮੀ ਹੈ ਤੇ ਮੈਂ ਇਹਨਾਂ ਕਮੀਆਂ ਨੂੰ ਦੂਰ ਕਰਾਂ। ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ, ਕਈ ਵਾਰੀ ਆਪਣਾ ਕੋਈ ਫੇਵਰਟ ਸਬਜੈਕਟ ਹੁੰਦਾ ਗਾ ਤੇ ਆਪਾਂ ਨੂੰ ਆਉਂਦਾ ਵੀ ਹੁੰਦਾ ਗਾ, ਜਿਹੜੇ ਇਹ ਉਹਨਾਂ ਵਾਸਤੇ ਦੱਸ ਰਹੇ ਜਿਹੜੇ ਆਲਰੇਡੀ ਤਿਆਰੀ ਕਰ ਰਹੇ ਆ, ਜਿਨ੍ਹਾਂ ਨੂੰ ਟਾਈਮ ਹੋ ਗਿਆ 6-7 ਮਹੀਨੇ ਕਰਦਿਆਂ ਨੂੰ। ਤਾਂ ਕਈ ਵਾਰੀ ਆਪਾਂ ਉਸੇ ਸਬਜੈਕਟ ਨੂੰ ਵਾਰ-ਵਾਰ ਲੱਗੇ ਰਹਿੰਦੇ ਆ। ਜਿਵੇਂ ਮੰਨ ਲਓ ਕਿਸੇ ਦਾ ਸਬਜੈਕਟ ਕੋਈ ਫੇਵਰਟ ਹੈਗਾ ਹਿਸਟਰੀ, ਠੀਕ ਹੈ ਨਾ, ਮਾਡਰਨ ਹਿਸਟਰੀ, ਠੀਕ ਹੈ, ਤਾਂ ਉਹ ਮਾਡਰਨ ਹਿਸਟਰੀ ਹੀ ਵਾਰ-ਵਾਰ ਪੜ੍ਹਦਾ ਰਹਿੰਦਾ। ਉਸ ਤੋਂ ਬਾਅਦ 10 ਦਿਨ ਹੋ ਜਾਂਦੇ, 10 ਦਿਨਾਂ ਬਾਅਦ ਫਿਰ ਪ੍ਰੈਪਰੇਸ਼ਨ ਸਟਾਰਟ ਕਰਦਾ, ਫਿਰ ਮਾਡਰਨ ਹਿਸਟਰੀ ਸਟਾਰਟ ਕਰ ਲੈਂਦਾ, ਠੀਕ ਹੈ ਨਾ। ਤੇ ਇਸ ਤਰੀਕੇ ਦੇ ਨਾਲ ਪ੍ਰੋਬਲਮ ਆਉਣ ਲੱਗ ਜਾਂਦੀ, ਕਿਉਂਕਿ ਜਿਹੜਾ ਵੀਕ ਹੁੰਦਾ ਉਹ ਜ਼ਿਆਦਾ ਵੀਕ ਹੋ ਜਾਂਦਾ ਗਾ, ਤੇ ਜਿਹੜਾ ਫੇਵਰਟ ਹੁੰਦਾ ਗਾ ਉਹ ਉੱਥੋਂ ਤੱਕ ਹੀ ਰਹਿੰਦਾ, ਕਿਉਂਕਿ ਕਿੰਨਾ ਕੁ ਫੇਵਰਟ ਹੋ ਜਾਊਗਾ, ਕਿੰਨਾ ਕੁ ਤੁਸੀਂ ਉਹਨੂੰ ਐਡਵਾਂਸ ਲੈਵਲ ਤੱਕ ਕਰ ਲਓਗੇ, ਠੀਕ ਹੈ ਨਾ। ਜਿਹੜੇ ਕੁਐਸਚਨ ਆਉਂਦੇ ਆ, ਹਾਂ ਠੀਕ ਆ, ਤੁਸੀਂ ਉਹ ਕੁਐਸਚਨ ਕਰ ਲਓਗੇ, ਪਰ ਉਹੀ ਗੱਲ ਆ ਵੀ ਜਿਹੜੀ ਇਹਨਾਂ ਦੀ ਐਲੀਜੀਬਿਲਟੀ ਆ, ਉਹ ਜਿਹੜੀ ਮਤਲਬ ਤੁਸੀਂ ਤਿਆਰੀ ਆ, ਉਹ ਤੁਹਾਡੀ ਸਾਰੇ ਸਬਜੈਕਟ ਉਹਦੇ ਵਿੱਚ ਐਲੀਜੀਬਲ ਹੋਣੇ ਚਾਹੀਦੇ ਤਾਂ ਕਿ ਤੁਸੀਂ ਵਧੀਆ ਢੰਗ ਦੇ ਨਾਲ ਨੰਬਰ ਲੈ ਸਕੋ, ਠੀਕ ਹੈ ਨਾ। ਸੋ ਚੈੱਕ ਤੁਸੀਂ ਕਰਨਾ ਗਾ। ਬਾਕੀ PPSC ਦੇ ਵਿੱਚ ਤੁਹਾਨੂੰ ਪਤਾ CSET ਹੈ, CSET ਦੀ ਵੀ ਤੁਸੀਂ ਨਾਲ ਤਿਆਰੀ ਕਰਦੀ ਰਹਿਣੀ ਹੈ, ਜਿਵੇਂ ਕਿ ਮੈਥ ਹੋ ਗਿਆ, ਰੀਜ਼ਨਿੰਗ ਹੋ ਗਿਆ, ਇੰਗਲਿਸ਼ ਹੋ ਗਈ, ਇਹ ਤੁਸੀਂ ਨਾਲ ਕਰ ਸਕਦੇ ਹੋ। ਹਾਲਾਂਕਿ ਇਹਦੇ ਵਿੱਚ GS ਦਾ ਪੋਰਸ਼ਨ ਜ਼ਿਆਦਾ ਹੁੰਦਾ, ਜ਼ਿਆਦਾ ਜ਼ੋਰ ਤਾਂ ਤੁਹਾਡਾ GS 'ਤੇ ਹੀ ਰਹੂਗਾ, ਬਟ CSET ਦੀ ਤੁਸੀਂ ਤਿਆਰੀ ਕਰਦੇ ਰਹਿਣੇ, ਕਿਉਂਕਿ ਹਫਤੇ ਦੇ ਵਿੱਚ ਜੇਕਰ ਤੁਸੀਂ ਮੰਨ ਲਓ ਮੈਥ ਇੱਕ ਵਾਰੀ ਕਰ ਲਿਆ, ਰੀਜ਼ਨਿੰਗ ਇੱਕ ਵਾਰੀ ਕਰ ਲਈ, ਜਾਂ ਕੋਈ ਵੀ ਮੌਕ ਟੈਸਟ ਇੱਕ ਵਾਰੀ CSET ਦਾ ਲਗਾ ਲਿਆ, ਤਾਂ ਉਹ ਇਨਫ ਹੈ। ਉਹਦੇ ਬਾਰੇ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ। PPSC ਵਾਸਤੇ ਥੋੜ੍ਹਾ ਜਿਹਾ ਟੈਨਸ਼ਨ ਤੁਸੀਂ ਤਾਂ ਲੈ ਸਕਦੇ ਹੋ, ਕਿਉਂਕਿ PPSC ਦੇ ਵਿੱਚ ਉਹਦੇ ਮਾਰਕਸ ਐਡ ਹੁੰਦੇ ਆ। ਕਈ ਇਹੋ ਜਿਹੇ ਵੀ ਐਸਪੈਰੈਂਟ ਹੈਗੇ ਜਿਹੜੇ CSET ਬੇਸ 'ਤੇ ਹੀ ਪ੍ਰੀ ਪੇਪਰ ਕਲੀਅਰ ਕਰ ਲੈਂਦੇ ਆ, ਮੇਨ ਦੇ ਵਿੱਚ ਜਾ ਕੇ ਰਹਿ ਜਾਂਦੇ, ਕਿਉਂਕਿ GS ਉਹਨਾਂ ਦਾ ਸਟਰੋਂਗ ਪਾਰਟ ਨਹੀਂ ਹੁੰਦਾ। CSET ਜਿਵੇਂ SSC ਵਾਲੇ ਹੋ ਗਏ, ਉਹ CSET ਬਹੁਤ ਵਧੀਆ ਢੰਗ ਦੇ ਨਾਲ ਕਰ ਲੈਂਦੇ ਆ, ਉਹਨਾਂ ਦਾ ਮੈਥ ਵਧੀਆ ਹੁੰਦਾ, ਰੀਜ਼ਨਿੰਗ ਵਧੀਆ ਹੁੰਦੀ ਆ, ਇੰਗਲਿਸ਼ ਵਧੀਆ ਹੁੰਦੀ ਹੈ, ਅਤੇ ਇਸ ਤਰੀਕੇ ਦੇ ਨਾਲ ਉਹ ਪੂਰਾ CSET 'ਚੋਂ ਨੰਬਰ ਲੈ ਕੇ ਪ੍ਰੀ ਪੇਪਰ ਤਾਂ ਕਲੀਅਰ ਕਰ ਜਾਂਦੇ, ਬਟ GS ਦੇ ਵਿੱਚ ਜਾ ਕੇ ਮੇਨ ਪੇਪਰ 'ਚ ਰਹਿ ਜਾਂਦੇ, ਕਿਉਂਕਿ ਮੇਨ ਪੇਪਰ 'ਚ ਤਾਂ ਇਕੱਲੀ ਫਿਰ GS ਹੀ ਆਉਣੀ ਆ, ਰਾਈਟ। ਸੋ CSET ਵੀ ਤੁਸੀਂ ਕਰਦੇ ਰਹੋ। ਜੇਕਰ ਤੁਹਾਡਾ CSET ਜ਼ਿਆਦਾ ਕਮਜ਼ੋਰ ਆ, ਮੰਨ ਲਓ ਮੈਥ ਰੀਜ਼ਨਿੰਗ ਜ਼ਿਆਦਾ ਕਮਜ਼ੋਰ ਆ, ਤੇ ਕਰ ਵੀ ਤੁਸੀਂ ਪੰਜਾਬ ਸਿਵਲ ਸਰਵਿਸ ਵਾਸਤੇ ਤਿਆਰੀ ਰਹੇ ਹੋ, ਤਾਂ ਫਿਰ ਤੁਹਾਨੂੰ CSET ਵੀ ਵਧੀਆ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕਰਨੀ ਪੈਣੀ ਆ। ਉਹ ਵੀ ਫਿਰ ਉਹੀ ਕਿਤਾਬਾਂ ਆ ਜਾਂਦੀਆਂ ਜਿਹੜੀਆਂ ਪਰਟੀਕੂਲਰ, ਜਿਵੇਂ RS ਅਗਰਵਾਲ ਮੈਥ ਦੀ ਹੋ ਗਈ, ਰੀਜ਼ਨਿੰਗ RS ਅਗਰਵਾਲ ਹੋ ਗਈ, ਠੀਕ ਹੈ, ਇੰਗਲਿਸ਼ ਵਾਸਤੇ SP ਬਖਸ਼ੀ ਹੋ ਗਈ, ਰਿਹੰਤ ਦੀ ਬੁੱਕ, ਉਹਨਾਂ ਦੀ ਕਿਤਾਬਾਂ ਵੀ ਮੈਂ ਸਾਰੀਆਂ ਦੱਸੀਆਂ ਹੋਈਆਂ ਗੀਆਂ। ਬਾਕੀ ਤੁਸੀਂ ਪਰਟੀਕੂਲਰ ਮੈਨੂੰ ਕੰਟੈਕਟ ਵੀ ਕਰ ਸਕਦੇ ਹੋ, ਮੇਲ ਵਗੈਰਾ ਕਰ ਸਕਦੇ ਹੋ, ਤੁਹਾਨੂੰ ਮੈਂ ਉਹ ਸਾਰਾ ਕੁਝ ਡਿਟੇਲ ਐਂਡ ਦੇ ਵਿੱਚ ਦੇ ਦੂੰਗਾ। ਤੁਸੀਂ ਕੋਈ ਵੀ ਸਬਜੈਕਟ ਦਾ ਪੁੱਛ ਸਕਦੇ ਹੋ, ਸੋਰਸ ਉਹ ਮੈਂ ਦੱਸ ਦੂੰਗਾ, ਠੀਕ ਹੈ। ਸੋ ਸਭ ਤੋਂ ਪਹਿਲਾਂ ਇਹੀ ਗੱਲ ਆ ਕਿ ਆਪਣੀ ਵੀਕਨੈਸ ਆ ਜਿਹੜੀ ਉਹ ਜਾਣੋ, ਕਿ ਤੁਹਾਡੀ ਵੀਕਨੈਸ ਕੀ ਆ, ਤੁਹਾਡੀ ਕਮਜ਼ੋਰੀ ਕੀ ਆ, ਕਿਸ ਸਬਜੈਕਟ ਦੇ ਵਿੱਚ ਤੁਸੀਂ ਕਮਜ਼ੋਰ ਹੋ, ਤਾਂ ਫਿਰ ਤੁਸੀਂ ਉਹਨਾਂ ਨੂੰ ਜਦੋਂ ਜਾਣੋਗੇ ਤਾਂ ਉਹਨਾਂ ਨੂੰ ਹੀ ਇੱਕ ਤਰ੍ਹਾਂ ਨਾਲ ਵਧੀਆ ਤਰੀਕੇ ਨਾਲ ਤਿਆਰ ਕਰਨਾ। ਜੇ ਮੇਰਾ ਵਧੀਆ ਪੋਲਿਟੀ ਵਧੀਆ ਗਈ ਤਾਂ ਮੈਂ ਪੋਲਿਟੀ ਨੂੰ ਘੱਟ ਟਾਈਮ ਦਊਂਗਾ, ਜੇ ਮੇਰੇ ਜੀਓਗ੍ਰਾਫੀ ਕਮਜ਼ੋਰ ਆ ਤਾਂ ਮੈਂ ਜੀਓਗ੍ਰਾਫੀ ਨੂੰ ਜ਼ਿਆਦਾ ਟਾਈਮ ਦਊਂਗਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਤਿਆਰੀ ਕਰਨੀ ਹੈ। ਸੋ ਇਸ ਤੋਂ ਬਾਅਦ ਡੇਲੀ ਰੂਟੀਨ ਤੁਹਾਡਾ ਕੀ ਹੋਣਾ ਚਾਹੀਦਾ। ਬਹੁਤ ਜਣਿਆਂ ਦੇ ਕੁਐਸਚਨ ਹੁੰਦਾ ਕਿ ਸਰ ਮੈਂ ਡੇਲੀ ਕਿਵੇਂ ਪੜ੍ਹਾਂ, ਮੈਨੂੰ ਟਾਈਮ ਟੇਬਲ ਇੱਕ ਦੇ ਦਿਓ। ਦੇਖੋ ਟਾਈਮ ਟੇਬਲ ਇੱਕ ਆਪਾਂ ਮਹੀਨੇ ਦਾ ਬਣਾ ਲੈਂਦੇ, ਸਾਲ ਦਾ ਬਣਾ ਲੈਂਦੇ ਆ, ਉਵੇਂ ਨਹੀਂ ਬਣਾਉਣਾ ਕਦੇ ਵੀ, ਕਿਉਂਕਿ ਉਹ ਫਿਰ ਲੱਗਿਆ ਹੀ ਰਹਿ ਜਾਂਦਾ ਜਿੱਥੇ ਵੀ ਤੁਸੀਂ ਲਾਇਆ ਹੁੰਦਾ। ਫਿਰ ਉਹਨੂੰ ਆਪਾਂ ਦੇਖ ਉਹਨੂੰ 4-5 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਜਾਂ 2 ਮਹੀਨਿਆਂ ਬਾਅਦ ਉਹਨੂੰ ਪੱਟ ਦਿੰਦੇ, ਕਿਉਂਕਿ ਆਪਣੇ ਤੋਂ ਬਣਦਾ ਨਹੀਂ। ਉਸ ਤੋਂ ਬਾਅਦ ਨਵਾਂ ਟਾਈਮ ਟੇਬਲ ਬਣਾਉਣਾ, ਫਿਰ ਉਹ ਵੀ ਨਹੀਂ ਹੁੰਦਾ। ਤਾਂ ਜਦੋਂ ਤੁਸੀਂ ਐਂ ਟਾਈਮ ਟੇਬਲ ਬਣਾਉਣੇ ਹੋ ਤਾਂ ਉਹ ਟਾਈਮ ਟੇਬਲ ਬਣਿਆ ਪਤਾ ਕਿਹੜਾ ਹੁੰਦਾ, ਉਹ ਉਹੀ ਬਣਿਆ ਹੁੰਦਾ ਕਿ ਐਂ ਤਾਂ ਆਪਾਂ ਪੜ੍ਹਨਾ ਨਹੀਂ, ਠੀਕ ਹੈ ਨਾ। ਸੋ ਇਹੀ ਗੱਲ ਹੈ। ਅਤੇ ਕਹਿਣ ਦਾ ਮਤਲਬ ਵੀ ਉਵੇਂ ਸੋਚ ਵਾਲੇ ਬੰਦੇ ਹੁੰਦੇ ਹੈਗੇ, ਜਿਵੇਂ ਆਪਾਂ ਕਹਿੰਦੇ ਵੀ ਕੰਧ 'ਤੇ ਕਰਨਾ ਮਨਾ, ਅਤੇ ਉੱਥੇ ਕੰਧ 'ਤੇ ਉੱਥੇ ਹੀ ਕਰੀ ਜਾਂਦੇ ਹੁੰਦੇ ਆ, ਠੀਕ ਹੈ ਨਾ। ਸੋ ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਕਹਿਣਾ ਚਾਹੁੰਦਾ ਗਾ। ਤਾਂ ਟਾਈਮ ਟੇਬਲ ਆ ਜਿਹੜਾ ਤੁਹਾਡਾ ਲੱਗਿਆ ਹੁੰਦਾ ਗਾ, ਉਹ ਟਾਈਮ ਟੇਬਲ ਆਪਾਂ ਤਾਂ ਆਪਦੇ ਨੂੰ ਐਂ ਬਣਾਉਣੇ ਆ ਕਿ ਮੈਂ ਐਵੇਂ ਪੜ੍ਹੂੰਗਾ, ਪਰ ਐਕਚੁਅਲ ਦੇ ਵਿੱਚ ਆਪਾਂ ਉਵੇਂ ਨਹੀਂ ਪੜ੍ਹਦੇ, ਠੀਕ ਹੈ ਨਾ। ਸੋ ਇਹੀ ਗੱਲ ਹੁੰਦੀ ਹੈ। ਤਾਂ ਟਾਈਮ ਟੇਬਲ ਜਿਹੜਾ ਹੁੰਦਾ ਉਹ ਤੁਸੀਂ ਡੇਲੀ ਰੂਟੀਨ 'ਤੇ ਨਵਾਂ ਬਣਾਓ, ਤਾਂ ਕਿ ਤੁਹਾਡੀ ਜਿਹੜੀ ਐਕਸਾਈਟਮੈਂਟ ਆ ਉਹ ਨਵੀਂ ਰਹੇ। ਜਿਵੇਂ ਮੰਨ ਲਓ ਸਵੇਰੇ ਉੱਠੇ ਹੋ, ਤਾਂ ਸਵੇਰੇ ਉੱਠ ਕੇ ਮੂਹਰਲੇ 6 ਘੰਟਿਆਂ ਦਾ ਟਾਈਮ ਟੇਬਲ ਬਣਾ ਲਓ। ਤੁਹਾਨੂੰ ਆਪਣੇ ਆਪ ਹੀ ਸ਼ਰਮ ਆਉਣ ਲੱਗ ਜੂ ਕਿ ਜਿਹੜੇ ਮੂਹਰਲੇ 6 ਘੰਟੇ ਤਾਂ ਮੈਂ ਕੰਪਲੀਟ ਨਹੀਂ ਕੀਤੇ, ਸਾਰੇ ਦਿਨ ਤਾਂ ਮੈਂ ਕਿੱਥੋਂ ਕਰ ਲੂੰ, ਜਾਂ ਅਗਲੇ 6 ਘੰਟੇ ਤੇ ਕਿੱਥੋਂ ਕਰ ਲੂੰ। ਤਾਂ ਛੋਟੇ ਟਾਰਗੇਟ ਬਣਾਓ, ਆਪਣੇ ਨਿੱਕੇ ਟਾਰਗੇਟ ਬਣਾਓ, ਡੇਲੀ ਬੇਸਿਸ 'ਤੇ ਟਾਰਗੇਟ ਬਣਾਓ। ਮੰਨ ਲਓ ਮੈਂ ਕਹਿਤਾ ਵੀ 2 ਘੰਟਿਆਂ ਦੇ ਵਿੱਚ ਇੱਕ ਚੈਪਟਰ ਕੰਪਲੀਟ ਕਰਨਾ, ਨਾਲ MCQ ਕਰਨੇ ਆ। ਤਾਂ ਐਵੇਂ ਟਾਰਗੇਟ ਜਦੋਂ ਤੁਸੀਂ ਬਣਾਓਗੇ ਤਾਂ ਜਦੋਂ 2 ਘੰਟਿਆਂ ਦੇ ਵਿੱਚ ਉਹ ਤੁਸੀਂ ਟਾਸਕ ਕੰਪਲੀਟ ਕਰ ਲਿਆ, ਚਾਹੇ ਉਹ 3 ਦੇ ਵਿੱਚ ਹੋ ਜੇ, ਪਰ ਉਹ ਜਦੋਂ ਟਾਸਕ ਕੰਪਲੀਟ ਕਰ ਲਿਆ ਤਾਂ ਤੁਹਾਨੂੰ ਆਪਣੇ ਆਪ ਤੋਂ ਮੋਟੀਵੇਸ਼ਨ ਹੋਊਗੀ, ਠੀਕ ਹੈ ਨਾ। ਸੋ 8 ਤੋਂ ਲੈ ਕੇ 10 ਡੇਲੀ ਆਵਰਸ ਤੁਸੀਂ ਪੜ੍ਹਨਾ। ਇਹ ਰੂਟੀਨ ਤਾਂ ਕਹਿੰਦਾ ਮੈਂ, ਕਿਉਂਕਿ ਇੱਕ ਜਦੋਂ ਤੁਸੀਂ ਕੰਟੀਨਿਊਟੀ ਕਰਦੇ ਰਹੋਗੇ ਇਸ ਚੀਜ਼ ਦੇ ਵਿੱਚ, ਜਿਵੇਂ ਕਹਿੰਦੇ ਹੁੰਦੇ ਵੀ ਰੈਗੂਲਰਿਟੀ ਤੁਸੀਂ ਕਰਦੇ ਰਹੋਗੇ, ਠੀਕ ਹੈ ਨਾ। ਸੋ ਫਿਰ ਤੁਹਾਡਾ ਇੱਕ ਰੂਟੀਨ ਬਣ ਜਾਊਗਾ, ਤੁਹਾਨੂੰ ਆਪਣੇ ਆਪ ਹੀ ਲਾਲਸਾ ਆਉਣ ਲੱਗ ਜੂ ਕਿ ਅੱਜ ਮੈਂ ਕਿਉਂ ਨਹੀਂ ਪੜ੍ਹਿਆ ਜਾਂ ਪੜ੍ਹੀ। ਇੱਕ ਦਿਨ ਦਾ ਗੈਪ ਲੈ ਸਕਦੇ ਹੋ ਹਫ਼ਤੇ ਦੇ ਵਿੱਚ, ਉਹ ਅੱਡ ਗੱਲ ਆ। ਬਾਕੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ 8-10 ਘੰਟੇ ਪੜ੍ਹ ਕੇ ਹੀ ਪੇਪਰ ਕਲੀਅਰ ਹੁੰਦੇ, ਹਰੇਕ ਦਾ ਆਪਣਾ ਮਾਈਂਡ ਵੀ ਹੁੰਦਾ ਗਾ। ਬਟ ਇੱਕ ਨੋਰਮਲ ਐਸਪਾਇਰੈਂਟ ਆ ਜਿਹੜਾ UPSC ਦਾ, ਉਹ 8 ਤੋਂ 10 ਘੰਟੇ ਪੜ੍ਹਦਾ, ਚਾਹੇ ਪੇਪਰ ਕਲੀਅਰ ਕਰਨ ਤੋਂ ਬਾਅਦ ਉਹ ਐਂ ਕਹਦੇ ਕਿ ਮੈਂ ਤਾਂ 4-5 ਘੰਟੇ ਪੜ੍ਹਦਾ ਸੀ, 2 ਘੰਟੇ ਪੜ੍ਹਦਾ ਸੀ, 3 ਘੰਟੇ ਪੜ੍ਹਦਾ ਸੀ, ਮੈਂ ਤਾਂ 20 ਪੇਪਰ ਕਲੀਅਰ ਕਰਕੇ ਪ੍ਰੀ ਪੇਪਰ ਕਲੀਅਰ ਕਰ ਲਿਆ, ਮੇਨ ਪੇਪਰ ਕਲੀਅਰ ਕਰ ਲਿਆ। ਤਾਂ ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਜਦੋਂ ਪਾਸ ਹੋ ਜਾਂਦਾ, ਬਟ ਉਹਦਾ ਬੈਕ ਐਂਡ 'ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਹਾਲਾਂਕਿ ਜਦੋਂ ਪੇਪਰ ਕਲੀਅਰ ਹੋ ਜਾਂਦੇ ਉਸ ਤੋਂ ਬਾਅਦ ਉਹ ਮਿਹਨਤ ਬੰਦਾ ਭੁੱਲ ਜਾਂਦਾ ਗਾ।
ਤੇ ਬਾਕੀ ਕਈ ਫਿਰ ਸੁਪਰ ਇੰਟੈਲੀਜੈਂਟ ਵੈਸੇ ਹੀ ਯਾਨੀ ਕਿ ਆਪਾਂ ਬੇਸਿਕ ਕਨਸੈਪਟ ਤੋਂ ਯਾਨੀ ਕਿ ਉਹਨਾਂ ਨੂੰ ਕਹਿ ਦੇਣਾ ਕਿ ਉਹਨਾਂ ਦੇ ਬੇਸਿਕ ਕਨਸੈਪਟਸ ਐਂਡੇ ਵਧੀਆ ਕਲੀਅਰ ਹੁੰਦੇ ਆ, ਜਿਹੜੇ ਕਿ ਸਕੂਲ ਲੈਵਲ ਤੋਂ 8ਵੀਂ ਤੋਂ ਤਿਆਰੀ ਕਰਨ ਲੱਗ ਜਾਂਦੇ ਆ, 6ਵੀਂ ਤੋਂ ਤਿਆਰੀ ਕਰਨ ਲੱਗ ਜਾਂਦੇ ਆ। ਤੇ ਜਿਹੜੇ ਆਪਣੇ ਵਰਗੇ ਹੁੰਦੇ ਜਿਨ੍ਹਾਂ ਨੂੰ 23-24 ਸਾਲ ਤੱਕ ਅਕਲ ਆਉਂਦੀ ਹੈ ਜਾਂ ਆਪਾਂ ਨੂੰ ਪਤਾ ਨਹੀਂ ਹੁੰਦਾਗਾ, ਤਾਂ ਉਹਨਾਂ ਵਾਸਤੇ ਇਹ ਚੀਜ਼ਾਂ ਫਿਰ ਜ਼ਰੂਰੀ ਬਣ ਜਾਂਦੀਆਂ ਕਿ 8 ਤੋਂ 10 ਘੰਟੇ ਤੁਹਾਨੂੰ ਪੜ੍ਹਨਾ ਪੈਣਾ ਗਾ, ਠੀਕ ਹੈ। ਸੋ ਸਬਜੈਕਟ ਵਾਈਜ਼ ਸਟੱਡੀ ਤੁਹਾਨੂੰ ਕਰਨੀ ਪੈਣੀ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਇੱਕ ਦਿਨ ਤੁਸੀਂ ਪੋਲਿਟੀ ਪੜ੍ਹ ਲਈ, ਦੂਸਰੇ ਦਿਨ ਤੁਸੀਂ ਜੀਓਗ੍ਰਾਫੀ ਨੂੰ ਦਿੱਤਾ, ਫਿਰ ਤੀਸਰੇ ਦਿਨ ਤੁਸੀਂ ਪੋਲਿਟੀ ਪੜ੍ਹ ਸਕਦੇ ਹੋ ਜਾਂ ਕੋਈ ਹੋਰ ਸਬਜੈਕਟ ਪੜ੍ਹ ਸਕਦੇ ਹੋ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਢੰਗ ਦੇ ਨਾਲ ਹੀ ਸਬਜੈਕਟ ਵਾਈਜ਼ ਉਹਨੂੰ ਕੰਸੀਡਰ ਕਰ ਸਕਦੇ ਵੀ ਇੱਕ ਸੁਬਾਹ ਮੈਂ ਆਹ ਸਬਜੈਕਟ ਪੜ੍ਹ ਲਿਆ, ਸ਼ਾਮ ਨੂੰ ਮੈਂ ਆਹ ਸਬਜੈਕਟ ਪੜ੍ਹ ਲਿਆ, ਅਗਲੇ ਦਿਨ ਮੈਂ ਆਹ ਸਬਜੈਕਟ ਪੜ੍ਹ ਲਿਆ। ਤਾਂ ਉਸ ਤਰੀਕੇ ਦੇ ਨਾਲ ਤੁਸੀਂ ਹਰੇਕ ਸਬਜੈਕਟ ਨਾਲ ਟੱਚ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਪਰਟੀਕੂਲਰ ਸਬਜੈਕਟ ਨੂੰ ਹੀ ਲੱਗੇ ਰਹੇ, ਜੀ ਮੰਨ ਲਓ ਤੁਸੀਂ ਕਹਿ ਤਾ ਮੈਂ ਹਿਸਟਰੀ ਪੜ੍ਹਨੀ ਹੈ ਅਤੇ ਹਿਸਟਰੀ ਜਦੋਂ ਕੰਪਲੀਟ ਕਰ ਲਈ ਫਿਰ ਹੀ ਦੂਜੇ ਸਬਜੈਕਟ ਨੂੰ ਚੱਕੂੰਗਾ, ਤਾਂ ਐਵੇਂ ਕਦੇ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਬੋਰ ਵੀ ਹੋ ਜਾਓਗੇ। ਤਾਂ ਉਸ ਤੋਂ ਬਾਅਦ ਜਦੋਂ ਇੱਕ ਸਬਜੈਕਟ ਕੰਪਲੀਟ ਪਤਾ ਨਹੀਂ ਹੋਊ ਨਾ ਹੋਊਗਾ, ਦੂਸਰੇ ਸਬਜੈਕਟ ਤੱਕ ਤੁਸੀਂ ਪਹੁੰਚਦੇ ਨਹੀਂ ਹੈ, ਮੇਰੀ ਗਰੰਟੀ ਹੈ, ਬੋਰ ਹੋ ਜਾਓਗੇ, ਠੀਕ ਹੈ ਨਾ। ਸੋ ਆਪਣੇ ਬੇਸ 'ਤੇ ਤੁਸੀਂ ਸਬਜੈਕਟ ਹਰੇਕ ਟੱਚ ਕਰਨਾਗਾ। ਇਹ ਤੁਸੀਂ ਗੈਪ ਕਰ ਸਕਦੇ ਹੋ, ਚਾਹੇ ਇੱਕ ਦਿਨ ਦੇ ਵਿੱਚ 2 ਕਰ ਲਓ, ਚਾਹੇ ਇੱਕ ਦਿਨ ਦੇ ਵਿੱਚ 1 ਕਰ ਲਓ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਕੈਪੇਬਿਲਿਟੀ ਦੇ ਮੁਤਾਬਕ ਇਹ ਚੀਜ਼ਾਂ ਕਰ ਸਕਦੇ ਹੋ, ਰਾਈਟ। ਟਾਰਗੇਟ ਔਨ ਡੇਲੀ ਬੇਸਿਸ ਤੁਹਾਨੂੰ ਮੈਂ ਦੱਸਦਾ ਕਿ ਛੋਟੇ ਛੋਟੇ ਟਾਰਗੇਟ ਬਣਾਓ 2-2 ਘੰਟਿਆਂ ਦੇ, 3-3 ਘੰਟਿਆਂ ਦੇ, ਤਾਂ ਕਿ ਉਹ ਪੂਰੇ ਹੋ ਜਾਣ, ਤੁਹਾਨੂੰ ਪਤਾ ਲੱਗ ਜਾਊਗਾ, ਠੀਕ ਹੈ। ਪ੍ਰੈਕਟਿਸ ਕੁਐਸਚਨਸ ਤੁਹਾਨੂੰ ਕਹੀ ਦਿੱਤਾ ਕਿ ਜਦੋਂ ਟੌਪਿਕ ਵਾਈਜ਼ ਤੁਸੀਂ ਸਬਜੈਕਟ ਵਾਈਜ਼ ਕੋਈ ਵੀ ਚੀਜ਼ ਪੜ੍ਹਦੇ ਹੋ ਤਾਂ ਨਾਲ ਦੀ ਨਾਲ ਉਹਦੀ MCQ ਤੁਹਾਡੇ ਕੋਲ ਪਏ ਹੋਣੇ ਚਾਹੀਦੇ। ਨਹੀਂ ਗੂਗਲ ਕਰੋ, MCQ ਤੋਂ ਤੁਹਾਨੂੰ ਬਹੁਤ ਮਿਲ ਜਾਣਗੇ, ਉਹਨਾਂ ਨੂੰ ਪ੍ਰੈਕਟਿਸ ਕਰੋ, ਠੀਕ ਹੈ। ਫਿਰ ਪ੍ਰੈਕਟਿਸ ਫਿਰ ਐਨਾਲਿਸਿਸ ਬਹੁਤ ਵਧੀਆ ਢੰਗ ਦੇ ਨਾਲ ਕਰੋ। ਜਦੋਂ ਵੀ ਤੁਸੀਂ MCQ ਕਰਦੇ ਹੋ, ਇਹ ਨਹੀਂ ਮੈਂ MCQ ਕਰਤੇ ਉਸ ਤੋਂ ਬਾਅਦ ਐਨਾਲਿਸਿਸ ਉਹਨਾਂ 'ਤੇ ਕੀਤਾ ਹੀ ਨਹੀਂ। ਐਨਾਲਿਸਿਸ ਕਰਨਾ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਤੁਸੀਂ ਕਹਿ ਲਓ ਵੀ ਕਿਸੇ ਵੀ ਚੀਜ਼ ਨੂੰ ਇੱਕ ਡੀਪਲੀ ਪੜ੍ਹਨਾ ਗਾ। ਐਨਾਲਿਸਿਸ ਦਾ ਮਤਲਬ ਡੀਪਲੀ ਹੀ ਹੁੰਦਾ ਗਾ। ਜਦੋਂ ਤੁਸੀਂ ਡੀਪਲੀ ਪੜ੍ਹ ਲੈਂਦੇ ਹੋ, ਡੀਪਲੀ ਐਨਾਲਿਸਿਸ ਕਰਦੇ ਹੋ, ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਗਾ। ਇਹ ਮੇਰੀ ਗੱਲ ਮੰਨ ਲਓ, ਡੇਲੀ ਬੇਸਿਸ 'ਤੇ MCQ ਤੇ ਉਹਨਾਂ ਦਾ ਐਨਾਲਿਸਿਸ ਕਰਨਾ ਸਿੱਖ ਜਾਓ। ਨਿਊਜ਼ਪੇਪਰ ਰੀਡਿੰਗ ਹੈਬਿਟ ਬਣਾਓ, ਚਾਹੇ ਉਹ ਦਾ ਟ੍ਰਿਬਿਊਨ ਆ, ਜੇਕਰ ਤੁਸੀਂ ਪੰਜਾਬ ਸਰਵਿਸ ਦੀ ਤਿਆਰੀ ਕਰਦੇ ਹੋ, ਇੰਡੀਅਨ ਐਕਸਪ੍ਰੈਸ ਸਭ ਤੋਂ ਬੈਸਟ ਹੈ, ਕਿਉਂਕਿ ਦਾ ਹਿੰਦੂ ਆ ਜਿਹੜਾ ਥੋੜ੍ਹਾ ਜਿਹਾ ਐਡਵਾਂਸ ਲੈਵਲ ਤੱਕ ਜਾ ਵੜਿਆ, ਉਹਦੀ ਲੈਂਗੁਏਜ ਪ੍ਰੋਬਲਮ ਦੇ ਜਾਣ ਲੱਗ ਜਾਂਦੀ ਆ, ਉਹ 'ਚ ਤੁਹਾਨੂੰ ਸਮਝ ਨਹੀਂ ਲੱਗਦਾ ਗਾ। ਇੰਡੀਅਨ ਐਕਸਪ੍ਰੈਸ ਤੁਹਾਨੂੰ ਸਮਝ ਲੱਗਣ ਲੱਗ ਜਾਊਗਾ, ਹਾਲਾਂਕਿ ਲੈਂਗੁਏਜ ਉਹਦੀ ਵੀ ਠੀਕ ਹੈ, ਪਰ ਹਾਂ ਤੁਹਾਨੂੰ ਉਹ ਸਮਝ ਬਹੁਤ ਛੇਤੀ ਲੱਗਣ ਲੱਗ ਜਾਂਦਾ ਕਿ ਇੰਡੀਅਨ ਐਕਸਪ੍ਰੈਸ ਫਿਰ ਵੀ ਆਪਾਂ ਕਹਿ ਸਕਦੇ ਹਾਂ ਟੂ ਦਾ ਪੁਆਇੰਟ ਹੈ। ਦਾ ਹਿੰਦੂ ਵਿੱਚ ਥੋੜ੍ਹਾ ਜਿਹਾ ਉਹ ਇੱਧਰ ਉੱਧਰ ਵੀ ਚਲੇ ਜਾਂਦੇ ਹੈਗੇ, ਬਟ ਇੰਡੀਅਨ ਐਕਸਪ੍ਰੈਸ ਫਿਰ ਵੀ ਮੈਂ ਕਹਿੰਦਾ ਵੀ ਟੂ ਦਾ ਪੁਆਇੰਟ ਹੈ, ਠੀਕ ਹੈ। ਤੁਸੀਂ ਉਹ ਕਰ ਸਕਦੇ ਹੋ। ਨਿਊਜ਼ ਰੀਡਿੰਗ ਹੈਬਿਟ ਤੁਸੀਂ ਬਣਾਉਣੀ ਹੀ ਬਣਾਉਣੀ ਹੈ। ਅੱਜ ਨਹੀਂ ਤੋਂ ਕੱਲ੍ਹ ਤੋਂ ਤੁਸੀਂ ਲੱਗ ਜਾਓ ਕਿ ਮੈਂ ਨਿਊਜ਼ ਪੇਪਰ ਤਾਂ ਪੜ੍ਹਨਾ ਹੀ ਪੜ੍ਹਨਾ। ਹੁਣ ਤੁਸੀਂ ਕਹੋਗੇ ਨਿਊਜ਼ ਪੇਪਰ 'ਚ ਮੈਂ ਪੜ੍ਹਨਾ ਕੀ ਹੈ, ਇੱਕ ਵਾਰੀ ਤੁਸੀਂ ਮੇਨ ਟਾਈਟਲ ਪੜ੍ਹਨ ਲੱਗੋ, ਫਿਰ ਤੁਹਾਨੂੰ ਆਪਣੇ ਆਪ ਜਦੋਂ ਸਬਜੈਕਟ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਆਪਣੇ ਆਪ ਇੰਟਰਸਟ ਹੋਣ ਲੱਗ ਜਾਊਗਾ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਊਗਾ ਕਿ ਕਿਹੜਾ ਮੇਰੇ ਵਾਸਤੇ ਇੰਪੋਰਟੈਂਟ ਹੈ, ਕਿਹੜਾ ਮੇਰੇ ਵਾਸਤੇ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ ਨਾ। ਕਿਉਂਕਿ ਜਦੋਂ ਤੁਸੀਂ ਡੇਲੀ ਰੂਟੀਨ 'ਤੇ ਪੜ੍ਹਨ ਲੱਗ ਜਾਓਗੇ ਤਾਂ ਤੁਹਾਡਾ ਇੰਟਰਸਟ ਵੀ ਬਣੂਗਾ ਅਤੇ ਤੁਹਾਨੂੰ ਪਤਾ ਲੱਗ ਜਾਊਗਾ। ਇੱਕ ਪ੍ਰੈਜ਼ੈਂਸ ਆਫ ਮਾਈਂਡ ਹੁੰਦਾ, ਇਹ ਇੰਟਰਵਿਊ ਦੇ ਵਿੱਚ ਵੀ ਕੰਮ ਆ ਜਾਂਦਾ ਗਾ। ਇਹ ਤੁਹਾਨੂੰ ਜਦੋਂ ਤੁਸੀਂ ਮੇਨਸ ਦੀ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੀ ਆਪਾਂ ਸਬਜੈਕਟਿਵ ਯਾਨੀ ਕਿ ਉਹਨੂੰ ਲਿਖਦੇ ਹਾਂ, ਜਦੋਂ ਆਪਾਂ ਹੈ ਨਾ ਡਿਸਕ੍ਰਾਈਬ ਕਰਦੇ ਹਾਂ ਜਦੋਂ ਉਹਨਾਂ ਚੀਜ਼ਾਂ ਨੂੰ, ਤਾਂ ਆਪਣੇ ਲਿਖਣ ਦੀ ਜਾਂ ਸੋਚਣ ਦੀ ਸ਼ਕਤੀ ਜਿਹੜੀ ਉਹ ਵੱਧਦੀ ਹੈ। ਇਹ ਆਪਣੇ ਵੱਧਦੀ ਹੁੰਦੀ ਹੈ, ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਣੀ ਸੋਚਣ ਦੀ ਸ਼ਕਤੀ ਵੱਧ ਗਈ। ਆਪਾਂ ਜਿਵੇਂ ਕਹਿ ਦਿੰਦੇ ਹਾਂ ਕਈਆਂ ਨੂੰ ਵੀ ਇਹਦੀ ਯਾਰ ਜਿਹੜਾ ਇਹਦੀ ਸੈਂਸ ਆ ਹੈ ਨਾ ਉਹ ਬਹੁਤ ਜ਼ਿਆਦਾ ਕੰਮ ਕਰਦੀ ਹੈ ਨਾ, ਤਾਂ ਉਹ ਸੈਂਸ ਉਹਦੀ ਕੰਮ ਇਸੇ ਕਰਕੇ ਕਰਦੀ ਹੁੰਦੀ ਹੈ ਕਿਉਂਕਿ ਉਹ ਅਵੇਅਰ ਹੁੰਦਾ। ਕਿ ਤੁਸੀਂ ਕਾਫੀ ਬੰਦੇ ਦੇਖਦੇ ਹੋ ਕਿ ਜਿਹਨਾਂ ਨਿਊਜ਼ ਦੇ ਨਾਲ ਟੱਚ ਰਹਿੰਦੇ ਆ, ਜਾਂ ਪੱਤਰਕਾਰ ਹੀ ਦੇਖ ਲਓ, ਠੀਕ ਹੈ ਨਾ। ਪੱਤਰਕਾਰ ਜਿਹੜੇ ਹੁੰਦੇ ਉਹ ਕਿੰਨਾ ਜ਼ਿਆਦਾ ਚਲਾਕ ਹੁੰਦੇ, ਕਿੰਨੇ ਜ਼ਿਆਦਾ ਕਲੈਵਰ ਹੁੰਦੇ ਆ, ਕਿਉਂਕਿ ਉਹ ਆਸੇ ਪਾਸੇ ਪ੍ਰੈਜ਼ੈਂਸ ਆਫ ਮਾਈਂਡ ਉਹਨਾਂ ਦਾ ਬਹੁਤ ਤਕੜਾ ਹੁੰਦਾ ਗਾ, ਠੀਕ ਹੈ ਨਾ। ਇੱਕ ਤਰ੍ਹਾਂ ਦਾ ਕਾਮਨ ਸੈਂਸ ਉਹਨਾਂ ਦੀ ਬਹੁਤ ਸਟਰੋਂਗ ਹੋ ਜਾਂਦੀ ਹੈ, ਇਸੇ ਕਰਕੇ ਉਹ ਵੋਕੈਬਲਰੀ ਹੋ ਗਈ ਜਾਂ ਕਮਿਊਨੀਕੇਸ਼ਨ ਹੋ ਗਿਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਆ, ਠੀਕ ਹੈ ਨਾ। ਬੋਲਣ ਦਾ ਤਰੀਕਾ ਬਹੁਤ ਵਧੀਆ ਹੁੰਦਾ, ਬਹੁਤ ਵਧੀਆ ਓਰੇਟਰ ਹੁੰਦੇ ਆ, ਵਕਤਾ ਹੁੰਦੇ ਆ, ਜਿਨ੍ਹਾਂ ਨੂੰ ਗੱਲ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਉਣੀ ਆਉਂਦੀ ਹੈ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਨਿਊਜ਼ਪੇਪਰ ਰੀਡ ਕਰਨਾ ਇਸੇ ਕਰਕੇ ਜ਼ਰੂਰੀ ਹੈ। ਤਾਂ ਕਈ ਵਾਰੀ ਤੁਹਾਨੂੰ ਲੱਗਦਾ ਹੋ ਕਿ ਨਿਊਜ਼ਪੇਪਰ 'ਚ ਕਿਹੜਾ ਕੁਛ ਆਉਂਦਾ ਗਾ, ਆਉਂਦਾ ਬਥੇਰਾ ਕੁਛ ਆ, ਬਸ ਉਹੀ ਗੱਲ ਹੈ ਵੀ ਆਪਣਾ ਪੜ੍ਹਨ ਦਾ ਤਰੀਕਾ ਨਹੀਂ ਹੁੰਦਾ। ਸੋ ਇਸੇ ਕਰਕੇ ਆ ਵੀ ਤੁਸੀਂ ਡੇਲੀ ਜਦੋਂ ਪੜ੍ਹਨ ਲੱਗੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਊਗਾ, ਠੀਕ ਹੈ। ਸੋ ਇਸ ਤੋਂ ਬਾਅਦ ਆ ਗਿਆ ਹੁਣ ਪੋਲਿਟੀ ਕੋਰਸ ਬਾਰੇ। ਅੱਛਾ, ਇਹ ਰਨਿੰਗ ਬੈਚ ਆ, ਤੁਹਾਨੂੰ ਮੈਂ ਦੱਸ ਦਿੰਦਾ, ਮੈਂ ਆਪ ਵੀ ਬੈਚ ਚਲਾ ਰਿਹਾ ਹਾਂ, ਠੀਕ ਹੈ ਨਾ। ਤਾਂ ਰਨਿੰਗ ਬੈਚ ਆ ਜਿਹੜਾ ਕਿ ਤੁਹਾਨੂੰ ਯਾਨੀ ਕਿ ਉਹਦੇ ਵਿੱਚ ਪੇਮੈਂਟ ਦੇਣੀ ਪੈਂਦੀ ਥੋੜ੍ਹੀ ਜਿਹੀ, ਠੀਕ ਹੈ ਨਾ। ਬਾਕੀ ਫ੍ਰੀ ਦੇ ਵਿੱਚ ਤਾਂ ਚਲੋ ਬਹੁਤ ਥਾਵਾਂ 'ਤੇ ਮੇਰਾ ਪਿਆ ਹੀ ਹੈ, ਠੀਕ ਹੈ ਨਾ। ਫ੍ਰੀ ਦੇ ਵਿੱਚ ਤੁਸੀਂ ਸਿਵਲ ਸਰਵਿਸ ਨੂੰ ਟਾਰਗੇਟ ਜੇਕਰ ਕਰ ਰਹੇ ਹੋ ਤਾਂ ਪਾਰਟੀਕੂਲਰ ਉਹਦੇ ਵਾਸਤੇ ਪੇਡ ਕਰਨਾ ਪੈਣਾ, ਨਹੀਂ ਬੇਸਿਕ ਕਨਸੈਪਟ ਆ ਜਿਵੇਂ ਕਿ ਜਿਹੜੇ ਛੋਟੇ ਛੋਟੇ ਐਗਜ਼ਾਮ ਹੁੰਦੇ ਉਹਨਾਂ ਵਾਸਤੇ ਤਾਂ ਫ੍ਰੀ ਲੈਕਚਰ ਮੇਰੇ ਪਏ ਆ, ਠੀਕ ਹੈ। ਸੋ ਪੋਲਿਟੀ ਦਾ ਕੋਰਸ ਆ ਜਿਹੜਾ ਉਹ ਰਨਿੰਗ ਬੈਚ ਆ, ਇਹ ਚੱਲ ਰਿਹਾ ਹੈਗਾ। ਇਹ 4 ਮਈ ਤੋਂ ਸਟਾਰਟ ਹੋਇਆ, ਜਿਹੜੀ ਮੈਂ ਅੱਜ ਰਿਕਾਰਡਿੰਗ ਕਰ ਰਿਹਾ ਹੈਗਾ। ਸੋ ਇਹਦੇ ਵਿੱਚ ਵੀਡੀਓਜ਼ ਦੀ ਯਾਨੀ ਕਿ ਵੀਡੀਓਜ਼ ਦੇ ਨਾਲ ਨਾਲ ਤੁਹਾਡੀ ਫੁੱਲ ਐਕਸਪਲੇਨੇਸ਼ਨ ਹੁੰਦੀ ਹੈ, ਬੇਸਿਕ ਤੋਂ ਐਡਵਾਂਸ ਲੈਵਲ ਹੋਊਗਾ ਇਹ ਪੂਰਾ, ਠੀਕ ਹੈ। ਸਪੈਸ਼ਲ ਫॉर ਸਿਵਲ ਸਰਵਿਸ ਹੈ। ਸੋ ਪੰਜਾਬ ਯਾਨੀ ਕਿ ਬਾਇਲਿੰਗੁਅਲ ਦੇ ਵਿੱਚ ਹੋਊਗਾ, ਪੰਜਾਬੀ ਦੇ ਵਿੱਚ ਮੈਂ ਪੜ੍ਹਾਉਣਾਗਾ, ਤਾਂ ਇੰਗਲਿਸ਼ ਦੇ ਵਿੱਚ ਤੁਹਾਨੂੰ PDF ਆ ਜਿਹੜੀਆਂ ਸਾਰੀਆਂ ਮਿਲ ਜਾਣਗੀਆਂ, PDFs ਅਵੇਲੇਬਲ ਤੁਹਾਨੂੰ ਸਾਰੀਆਂ PDF ਬਹੁਤ ਹੀ ਡੈਕੋਰੇਟਡ ਢੰਗ ਦੇ ਨਾਲ, ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਨੂੰ ਮਿਲੂਗਾ। ਅਤੇ ਲਗਭਗ ਇਹਦੇ ਵਿੱਚ 50 ਤੋਂ ਲੈ ਕੇ 60 ਤੱਕ ਲੈਕਚਰ ਹੋਣਗੇ, ਯਾਨੀ ਕਿ
ਲੈਕਚਰ ਤੇ ਪਲੱਸ ਤੁਹਾਨੂੰ ਵੀਡੀਓਜ਼ ਆ ਜਿਹੜੀਆਂ ਉਹ ਲਗਭਗ 90 ਤੋਂ ਲੈ ਕੇ 100 ਤੱਕ ਮਿਲ ਸਕਦੀਆਂ। ਠੀਕ ਹੈ, ਸੋ ਬਹੁਤ ਹੀ ਐਡਵਾਂਸ ਲੈਵਲ ਦਾ ਆਪਾਂ ਪੜਾਂਗੇ ਉਹਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ, ਯਾਨੀ ਕਿ ਜਿਹੜਾ ਜ਼ੀਰੋ ਆ ਉਹਨੂੰ ਵੀ ਚੰਗੀ ਤਰ੍ਹਾਂ ਬਹੁਤ ਸਮਝ ਲੱਗੂਗਾ, ਇਹ ਮੇਰੀ ਗਰੰਟੀ ਹੈ। ਬਾਕੀ ਡੈਮੋ ਵੀਡੀਓ ਦਿੱਤੀ ਹੋਈ ਆ, ਤੁਸੀਂ ਡੈਮੋ ਵੀਡੀਓ ਜਦੋਂ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਚੀਜ਼ਾਂ ਪਤਾ ਲੱਗ ਜਾਣਗੀਆਂ। ਬਾਕੀ ਡੈਮੋ ਵੀਡੀਓ ਤਾਂ ਤੁਸੀਂ ਤਾਂ ਕਹੋ ਜੇਕਰ ਮੇਰੀ ਇੱਕ ਅੱਧੀ ਡੈਮੋ ਹੋਵੇ, ਤਾਂ ਬਹੁਤ ਲੈਕਚਰ ਆ, ਚਾਹੇ ਐਗਰੀਕਲਚਰ ਆ, ਚਾਹੇ ਕੰਪਿਊਟਰ ਆ, ਚਾਹੇ ਕੋਈ ਵੀ ਸਬਜੈਕਟ ਚੱਕ ਲਓ, ਅਕਾਊਂਟਸ ਆ, ਚਾਹੇ ਪਟਵਾਰੀ ਵਾਸਤੇ, ਤਾਂ ਤੁਸੀਂ ਕੋਈ ਵੀ ਸਬਜੈਕਟ ਚੱਕੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਮੇਰੇ ਹਾਊ ਆਈ ਹੈਵ ਟੀਚਿੰਗ ਸਕਿੱਲਸ। ਠੀਕ ਹੈ, ਸੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾਗਾ। ਸੋ ਰੇਸ ਅਕੈਡਮੀ ਅਫੀਸ਼ੀਅਲ ਜਿਹੜੀ ਵੈਬਸਾਈਟ ਆ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਪੇਡ ਕੋਰਸਿਸ ਦਾ ਇੱਕ ਯਾਨੀ ਕਿ ਉੱਥੇ ਟਾਈਟਲ ਮਿਲੂਗਾ, ਤੁਸੀਂ ਉਹਨੂੰ ਕਲਿੱਕ ਕਰਕੇ ਦੇਖ ਸਕਦੇ ਹੋ। ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਦਿੱਤਾ ਹੋਏਗਾ, ਤੁਹਾਨੂੰ ਆਪਣੇ ਆਪ ਸਾਰੀ ਜਾਣਕਾਰੀ ਮਿਲ ਜਾਣੀ ਹੈ। ਜੇਕਰ ਤੁਸੀਂ ਪੋਲਿਟੀ ਦਾ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ, ਜਿਹੜਾ ਮੈਂ ਐਂਡ ਦੇ ਵਿੱਚ ਦਊਂਗਾ। ਬਾਕੀ ਵੈਬਸਾਈਟ 'ਤੇ ਵੀ ਸਾਰੇ ਕੰਟੈਕਟ ਦਿੱਤੇ ਹੋਏ ਆ। ਅਪਕਮਿੰਗ ਬੈਚ ਹੈ। ਅੱਛਾ, ਬੁੱਕਸ ਬਾਰੇ ਇੱਥੇ ਆ ਗਿਆ ਕਿ ਬੁੱਕਸ ਫॉर ਸਿਵਲ ਸਰਵਿਸ ਪ੍ਰੈਪਰੇਸ਼ਨ, ਤਾਂ ਬੁੱਕਸ ਦੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਬੁੱਕਸ ਬਾਰੇ ਮੈਂ ਦੱਸਿਆ ਹੋਇਆਗਾ, ਉਹ ਵੀ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਚਲੇ ਜਾਣਾ, ਤੁਹਾਨੂੰ ਪਲੇਲਿਸਟ ਦੇ ਵਿੱਚ ਜਾ ਕੇ ਜਾਂ ਤੁਹਾਨੂੰ ਜਿਹੜੀਆਂ ਬੁੱਕਸ ਦਾ ਰੈਫਰੈਂਸ ਮਿਲ ਜੂਗਾ, ਤੁਸੀਂ ਉੱਥੇ ਪੰਜਾਬੀ ਮੀਡੀਅਮ ਦੇ ਵਿੱਚ ਜਾਂ ਇੰਗਲਿਸ਼ ਮੀਡੀਅਮ ਦੇ ਵਿੱਚ ਬੁੱਕਸ ਦੇਖ ਸਕਦੇ ਹੋ। ਜੇਕਰ ਤੁਸੀਂ ਐਲੀਜੀਬਿਲਟੀ ਜਾਣਨਾ ਚਾਹੁੰਦੇ ਹੋ ਕਿ ਸਰ ਮੈਂ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ, ਜਾਂ ਕਿੰਨੀ ਏਜ ਹੈਗੀ ਆ, ਜਾਂ ਕਿਹੜੇ ਕਿਹੜੇ ਸਬਜੈਕਟ ਸਾਰੇ ਇਹਦੇ ਵਿੱਚ ਆਉਂਦੇ ਆ, ਜਾਂ ਮੇਨ ਪੇਪਰ ਦੇ ਵਿੱਚ ਕੀ ਹੁੰਦਾ, ਪ੍ਰੀ ਪੇਪਰ ਦੇ ਵਿੱਚ ਕੀ ਹੁੰਦਾ, ਤਾਂ ਉਹ ਸਾਰਾ ਕੁਝ ਮੈਂ ਪੂਰੀ ਡਿਟੇਲ ਦੇ ਵਿੱਚ ਪੰਜਾਬ ਪੀਸੀਐਸ ਦੇ ਚੈਨਲ 'ਤੇ ਵੀਡੀਓ ਪਾਈ ਹੋਈ ਆ। ਤੁਸੀਂ ਉੱਥੇ ਜਾਣਾ, ਪਹਿਲੀ ਵੀਡੀਓ ਉਹੀ ਮਿਲ ਜੂ ਤੁਹਾਨੂੰ। ਠੀਕ ਹੈ ਨਾ, ਸਾਰੇ ਤੁਹਾਨੂੰ ਜਾਣਕਾਰੀ ਮਿਲ ਜਾਣੀ ਆ। ਠੀਕ ਹੈ, ਬਾਕੀ ਮੈਂ ਇੱਥੇ ਕੀਜ਼ ਲਾ ਦੂੰਗਾ, ਜੇਕਰ ਪੋਸੀਬਲ ਹੋਇਆ ਤਾਂ ਤੁਸੀਂ ਕੀਜ਼ 'ਤੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ। ਸੋ ਅਪਕਮਿੰਗ ਬੈਚ ਆ ਜਿਹੜੇ ਉਹ ਮੈਡੀਵਲ ਹਿਸਟਰੀ ਹੋ ਗਿਆ, ਇਹਦਾ ਕੋਰਸ ਆ ਰਿਹਾ ਹੈਗਾ 20 ਮਈ ਨੂੰ। ਠੀਕ ਹੈ ਨਾ, ਸੋ ਮਾਡਰਨ ਹਿਸਟਰੀ ਦਾ ਜਿਹੜਾ ਹੈਗਾ ਉਹ 1 ਜੂਨ ਨੂੰ ਆ ਰਿਹਾ, ਅਤੇ ਪੰਜਾਬ ਜੀਕੇ ਦਾ ਕੋਰਸ ਆ ਜਿਹੜਾ ਉਹ ਕਮਿੰਗ ਸੂਨ ਹੈ, ਉਹ ਵੀ ਆਉਣ ਵਾਲਾ ਹੈ। ਠੀਕ ਹੈ, ਹੋਪ ਸੋ, ਯਾਨੀ ਕਿ ਉਹ ਜੂਨ ਦੇ ਐਂਡ ਤੱਕ ਆ ਜਾਊਗਾ। ਠੀਕ ਹੈ, ਸੋ ਮੈਡੀਵਲ ਹਿਸਟਰੀ ਦਾ ਜੁਆਇਨ ਕਰਨਾ ਚਾਹੁੰਦੇ ਤਾਂ ਪਹਿਲਾਂ ਤੁਸੀਂ ਇਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ, ਪਹਿਲਾਂ ਆਪਣੀ ਰਜਿਸਟ੍ਰੇਸ਼ਨ ਵਗੈਰਾ ਕਰਾ ਸਕਦੇ ਹੋ, ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਉਹਦੇ ਵਾਸਤੇ ਕੰਟੈਕਟ ਆ ਜਿਹੜਾ ਦਿੱਤਾ ਹੋਇਆ 8986906566। ਬਾਕੀ ਈਮੇਲ ਹੈ pcspunjab4927, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ। ਰਾਈਟ, ਸੋ ਥੈਂਕ ਯੂ। ਮੇਰੇ ਹਿਸਾਬ ਨਾਲ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਊਗੀ। ਬਾਕੀ ਕੋਈ ਵੀ ਕੁਐਰੀ ਵਗੈਰਾ ਤੁਸੀਂ ਵਟਸਐਪ ਕਰ ਸਕਦੇ ਹੋ, ਤੁਹਾਨੂੰ ਟਾਈਮ ਦੇ ਨਾਲ ਹੀ ਰਿਪਲਾਈ ਕਰ ਦਿੱਤਾ ਜਾਵੇਗਾ। ਬਾਵਾ ਟਾਈਮ ਤੁਹਾਨੂੰ ਵੇਟ ਨਹੀਂ ਕਰਨਾ ਪਵੇਗਾ, ਕਹਿਣ ਦਾ ਮਤਲਬ। ਬਾਕੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਕੋਰਸ ਲੈ ਕੇ ਆਵਾਂਗੇ, ਹੋਰ ਵੀ ਅਪਕਮਿੰਗ ਬੈਚ ਆਉਣਗੇ, ਬਹੁਤ ਹੀ ਵਧੀਆ ਢੰਗ ਦੇ ਨਾਲ ਸਮਝਾਵਾਂਗੇ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਇਹ ਵੀਡੀਓ ਬੈਨੀਫੀਸ਼ੀਅਲ ਲੱਗੀ ਹੋਵੇਗੀ। ਵਧੀਆ ਲੱਗਿਆ ਤਾਂ ਲਾਈਕ ਦਾ ਬਟਨ ਜ਼ਰੂਰ ਦਬਾਉਣਾ, ਤੇ ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਬਾਬਾ ਮਿਹਰ ਕਰੇ।